ਸਤਿਗੁਰੂ ਫਰਮਾਇਆ ਕਾਰੀ ਇਹ ਕਰੇ। ਗੁਰੂ ਦੁਆਰੈ ਹੋਏ ਕੈ ਸਾਹਿਬ ਸੰਭਾਲੇ। ਸਾਹਿਬ ਸਦਾ ਹਜੂਰ ਹੈ ਭਰਮੇ ਕੇ ਸੌੜ ਕੱਟ ਕੈ ਅੰਤਰ ਜੋਤ ਤਰੇ। ਹਰ ਕਾ ਨਾਮ ਅੰਮ੍ਰਿਤ ਹੈ ਦਾਰੂ ਏ ਲਏ। ਸਤਿਗੁਰ ਕਾ ਭਾਣਾ ਚਿਤ ਰੱਖੋ ਸੰਜਮ ਸੱਚਾ ਨੇਹ। ਨਾਨਕ ਇੱਥੈ ਸੁਖੈ ਅੰਦਰ ਰਖ ਸੀ ਅੱਗੇ ਹਰਿ ਸਿਉ ਕੇਲ ਕਰੇ। ਸਾਹਿਬੇ ਕਮਾਲ ਵਾਲੀਏ ਕੁਲ ਆਲਮ ਚਬਰ ਸ਼ਤਰ ਤਥਾ ਵਕਤ ਦੇ ਮਾਲਕ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੇ ਗੁਰੂ ਪਿਆਰੇ ਸਾਧ ਸੰਗਤ ਜਨੋ, ਵਡਭਾਗੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨਾਂ ਦੇ ਵਿੱਚ ਜੁੜ ਕੇ ਇਲਾਹੀ ਬਾਣੀ ਦੇ ਨਾਲ ਆਪਣੇ ਸਵਾਸਾਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਹਾਂ। ਆਓ ਪਾਵਨ ਹੁਕਮ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਹਾਜ਼ਰੀਆਂ ਲਵਾਓ ਜੀ। ਸ਼ਹੀਦ ਪਿਤਾ ਦੇ ਪੁੱਤਰ, ਸ਼ਹੀਦ ਪੁੱਤਰਾਂ ਦੇ ਪਿਤਾ ਵੱਲੋਂ ਬਖਸ਼ਿਸ਼ ਕੀਤੀ ਗਈ ਫਤਿਹ ਬੁਲੰਦ ਕਰੋ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਹੁਕਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਗੁਰਬਾਣੀ ਦੇ ਵਿੱਚੋਂ, ਬਿਹਾਗੜਾ ਰਾਗ ਦੇ ਵਿੱਚੋਂ ਤੀਜੇ ਪਾਤਸ਼ਾਹ ਜੀ ਦੇ ਇਹ ਸ਼ਲੋਕ ਤੇ ਪੌੜੀ 555 ਅੰਗ ਉੱਪਰ ਸੁਭਾਈਮਾਨ ਹੈ। ਅੱਜ ਦੇ ਇਸ ਬਚਨ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਮਨੁੱਖਤਾ ਦੀ ਝੋਲੀ ਦੇ ਵਿੱਚ ਬਖਸ਼ਿਸ਼ਾਂ ਪਾਉਂਦੇ ਹੋਏ ਬਖਸ਼ਿਸ਼ ਕਰਦੇ ਨੇ ਕਿ ਉਹ ਅਕਾਲ ਪੁਰਖ ਪਰਮਾਤਮਾ ਨੂੰ ਜਪਣ ਦਾ ਤਰੀਕਾ ਕੀ ਹੈ ਤੇ ਜਿਸ ਤਰੀਕੇ ਸੰਸਾਰ ਦੇ ਅੰਦਰ ਜਾਂ ਮਜ਼ਹਬਾਂ ਧਰਮਾਂ ਦੇ ਅੰਦਰ ਉਸ ਨੂੰ ਜਪਣ ਦਾ ਯਤਨ ਕੀਤਾ ਜਾਂਦਾ ਹੈ, ਉਸ ਜਪਣ ਤੇ ਸੱਚਮੁੱਚ ਜਪਣ ਦੇ ਵਿੱਚ ਕੀ ਅੰਤਰ ਹੈ। ਕਿਉਂਕਿ ਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਜਦੋਂ ਕਿਤੇ ਰੱਬੀ ਗੁਣਾਂ ਨੂੰ ਗਾਉਣ ਦੀ, ਵਿਚਾਰਨ ਦੀ, ਆਪਣੇ ਮਨ ਵਿੱਚ ਪਿਆਰ ਰੱਖ ਕੇ ਉਸ ਨੂੰ ਮੰਨਣ ਦੀ ਗੱਲ ਕੀਤੀ ਹੈ, ਤਾਂ ਉੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਵਾਰ-ਵਾਰ ਇਹ ਸਮਝਾਇਆ ਵੀ ਉਸ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰਕੇ ਉਸ ਦੇ ਮੁਤਾਬਕ ਆਪਣਾ ਜੀਵਨ ਜਿਉਣ ਦਾ ਯਤਨ ਕਰ। ਕਿਉਂਕਿ ਜੇਕਰ ਗੱਲਾਂ ਸਿਰਫ ਜਾਂ ਵਡਿਆਈਆਂ ਸਿਰਫ ਇਕੱਲੀਆਂ ਮੂੰਹ ਤੱਕ ਸੀਮਤ ਨੇ, ਮੁੱਖ ਤੱਕ ਸੀਮਤ ਨੇ, ਹਾਂ ਉਹਦਾ ਇੰਨਾ ਕੁ ਜ਼ਰੂਰ ਹੈ ਵੀ ਜੀਭ ਤੋਂ ਚੰਗਾ ਬਿਆਨ ਕਰਨਾ ਮਾੜੀ ਗੱਲ ਨਹੀਂ। ਇਹ ਵੀ ਭਾਗਾਂ ਦੀ ਨਿਸ਼ਾਨੀ ਹੈ ਕਿ ਜਦੋਂ ਮਨੁੱਖ ਆਪਣੀ ਜ਼ੁਬਾਨ ਦੇ ਉੱਤੋਂ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਏ, ਜਪਦਾ ਏ, ਪੜ੍ਹਦਾ ਏ, ਵਿਚਾਰਦਾ ਏ। ਪਰ ਉਸ ਤੋਂ ਵੀ ਅਗਾਂਹ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਵੀ ਫੈਸਲਾ ਬਾਣੀ ਵਿੱਚ ਸਪਸ਼ਟ ਦਿੱਤਾ ਹੈ। ਕਹਿੰਦੇ ਕਈ ਵਾਰ ਇਹ ਹੁੰਦਾ ਵੀ ਜੇਕਰ ਮਨ ਦੇ ਵਿੱਚ ਪਿਆਰ ਨਹੀਂ ਨਾ ਵਸਿਆ ਉਸ ਪੜ੍ਹੇ ਹੋਏ ਦੇ ਨਾਲ, ਸੁਣੇ ਹੋਏ ਦੇ ਨਾਲ, ਜਪੇ ਹੋਏ ਦੇ ਨਾਲ, ਉਸ ਨੂੰ ਮਨ ਦੇ ਵਿੱਚ ਪਿਆਰ ਰੱਖ ਕੇ ਅਸੀਂ ਪੱਕਾ ਕਰਕੇ ਆਪਣਾ ਮੰਨਿਆ ਨਹੀਂ, ਕਹਿੰਦੇ ਫਿਰ ਉਹ ਪੜ੍ਹਿਆ ਤੇ ਸੁਣਿਆ ਵੀ ਨਿਫਲ ਹੈ, ਉਹ ਵੀ ਕਿਸੇ ਪ੍ਰਵਾਨਗੀ ਦੇ ਵਿੱਚ ਨਹੀਂ ਪੈਂਦਾ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਪੜ੍ਹਿਆ ਸੁਣਿਆ ਤਿਨਕਾ ਹਰ ਥਾਂਏ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਕਹਿੰਦੇ ਪੜ੍ਹਿਆ ਤੇ ਸੁਣਿਆ ਹੋਇਆ ਸਤਿਗੁਰੂ ਉਹਨਾਂ ਦਾ ਥਾਂਏ ਪਾ ਲੈਂਦਾ ਹੈ ਜਿਨ੍ਹਾਂ ਨੇ ਸਤਿਗੁਰੂ ਦੀ ਆਗਿਆ ਨੂੰ, ਸਤਿਗੁਰੂ ਦੇ ਬਚਨਾਂ ਨੂੰ, ਸਤਿਗੁਰੂ ਦੇ ਗਿਆਨ ਨੂੰ
ਬਾਣੀ ਨੂੰ ਆਪਣੇ ਮਨ ਦੇ ਵਿੱਚ ਟਿਕਾ ਕੇ ਰੱਖ ਲਿਆ, ਉਸ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਪਾਤਸ਼ਾਹ ਜੀ ਇਹੀ ਦੱਸ ਰਹੇ ਨੇ ਸ਼ਬਦਾਂ ਦੇ ਵਿੱਚ ਵੀ ਮਨੁੱਖ ਕਰਦਾ ਕੀ ਹੈ। ਪੌੜੀ ਹੈ ਜਿਹੜੀ, ਇਹ ਸੰਖੇਪ ਇਹਦਾ ਧੁਰਾ ਹੈ, ਤੇ ਜਿਹੜੇ ਸ਼ਲੋਕ ਨੇ ਉਹ ਇਹਦੀ ਅੱਗੇ ਵਿਆਖਿਆ ਹੈ। ਪੌੜੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਆਪੇ ਸਭ ਘਟ ਅੰਦਰੇ ਆਪੇ ਹੀ ਬਾਹਰ। ਕਹਿੰਦੇ ਆਪੇ ਹੀ ਉਹ ਮਾਲਕ ਸਭਨਾਂ ਦੇ ਅੰਦਰ ਹੈ ਤੇ ਆਪੇ ਹੀ ਉਹ ਬਾਹਰ ਹੈ, ਕਿਉਂਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਏ ਕੁਦਰਤ ਸਾਜ ਕਰ ਆਸਣ ਡਿਠੋ ਚਾਓ। ਉਹ ਆਪ ਹੀ ਹੈ ਸਾਰਾ ਕੁਝ, ਉਹ ਆਪ ਹੀ ਅੰਦਰ ਹੈ, ਆਪ ਹੀ ਬਾਹਰ ਹੈ, ਕਰਤਾ ਪੁਰਖ ਹੈ। ਸ੍ਰਿਸ਼ਟੀ ਨੂੰ ਬਣਾਉਣ ਵਾਲਾ ਵੀ ਉਹ ਹੈ, ਤੇ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਵੀ ਆਪ ਹੀ ਹੈ, ਤੇ ਸ੍ਰਿਸ਼ਟੀ ਨੂੰ ਮਿਟਾਉਣ ਵਾਲਾ ਵੀ ਆਪ ਹੀ ਹੈ। ਇਸ ਕਰਕੇ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਜਿਹੜੀਆਂ ਪੰਕਤੀਆਂ ਯਾਦ ਨੇ ਨਾ ਉਹਨਾਂ ਨੂੰ ਬੋਲਿਆ ਕਰੋ, ਸਾਡੇ ਪੱਕੀਆਂ ਹੋਣਗੀਆਂ, ਧਿਆਨ ਦੇ ਵਿੱਚ ਆਉਣਗੀਆਂ ਕਿ ਅਸੀਂ ਵਿਚਾਰ ਕੀ ਕਰ ਰਹੇ ਹਾਂ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਕਹਿੰਦੇ ਸਾਰਾ ਕੁਝ ਉਸ ਮਾਲਕ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ, ਹੁਕਮ ਤੋਂ ਬਾਹਰ ਨਹੀਂ। ਹਾਂ, ਕੋਈ ਉਸ ਹੁਕਮ ਨੂੰ ਮਨੁੱਖ ਸਮਝ ਕੇ ਚੱਲੇ, ਉਸ ਦਾ ਭਲਾ ਹੈ। ਹਾਂ, ਜਿਹੜਾ ਉਸ ਦੇ ਹੁਕਮ ਤੋਂ ਬਾਹਰ ਜਾਵੇਗਾ ਫਿਰ ਉਹ ਚੋਟਾਂ ਹੀ ਖਾਏਗਾ ਨਾ, ਦੁੱਖ ਤਕਲੀਫਾਂ, ਤੇ ਫਿਰ ਸਮਾਜ ਦੇ ਵਿੱਚ ਕਲੰਕਤ ਚਿਹਰਾ ਬਣ ਜਾਵੇਗਾ। ਜਿਹੜਾ ਉਸ ਪਰਮਾਤਮਾ ਦੇ ਹੁਕਮ ਤੋਂ, ਨਿਯਮ ਤੋਂ ਬਾਹਰ ਜਾਵੇਗਾ। ਨਿਯਮ ਕੀ ਹੈ, ਸਿਧਾਂਤ ਕੀ ਹੈ? ਜਿਵੇਂ ਇੱਕ ਸਕੂਲ ਦਾ ਨਿਯਮ ਹੈ, ਸਿਧਾਂਤ ਹੈ ਵੀ ਬੱਚੇ ਨੇ ਸਵੇਰੇ ਜਿਹੜਾ ਵੀ 8 ਵਜੇ ਸਕੂਲ ਪਹੁੰਚ ਜਾਣਾ ਹਰ ਹਾਲ। ਜੇਕਰ ਬੱਚਾ ਟਾਈਮ ਸਿਰ ਸਕੂਲ ਨਾ ਪਹੁੰਚਿਆ ਤੇ ਉਹਨੂੰ ਜੁਰਮਾਨਾ ਵੀ ਪਵੇਗਾ। ਤੇ ਫਿਰ ਉਸ ਤੋਂ ਬਾਅਦ ਬੱਚੇ ਨੂੰ ਡਰੈਸ ਦੇ ਵਿੱਚ, ਵਰਦੀ ਦੇ ਵਿੱਚ ਹੋਣਾ ਚਾਹੀਦਾ, ਕਿਉਂਕਿ ਸਕੂਲ ਦਾ ਨਿਯਮ ਹੈ। ਉਹ ਡਰੈਸ ਕੀ ਹੈ, ਉਹ ਬਿਲਕੁਲ ਸਹੀ ਹੋਣੀ ਚਾਹੀਦੀ ਹੈ। ਇਹ ਨਹੀਂ ਵੀ ਪੈਂਟ ਕੋਈ ਹੋਰ ਪਾ ਦਿੱਤੀ, ਸ਼ਰਟ ਕੋਈ ਹੋਰ ਪਾ ਦਿੱਤੀ, ਨਹੀਂ ਫਿਰ ਵੀ ਜੁਰਮਾਨਾ ਹੋਵੇਗਾ, ਝਿੜਕਾਂ ਪੈਣਗੀਆਂ। ਉੱਥੋਂ ਸਕੂਲ ਦੇ ਵਿੱਚੋਂ ਫੋਨ ਘਰੇ ਵੀ ਮਾਂ ਬਾਪ ਨੂੰ ਆਵੇਗਾ ਵੀ ਤੁਹਾਨੂੰ ਦੱਸਿਆ ਕੀ ਸੀ, ਤੁਸੀਂ ਕਰ ਕੀ ਰਹੇ ਹੋ। ਫਿਰ ਜਿਹੜਾ ਕੰਮ ਦਿੱਤਾ ਜਾਂਦਾ, ਲੈਸਨ ਦਿੱਤਾ ਜਾਂਦਾ, ਕਲਾਸ ਦੇ ਵਿੱਚ ਪੜ੍ਹਾਇਆ ਜਾਂਦਾ, ਉਸ ਨੂੰ ਅੱਗੇ ਹੋਮਵਰਕ ਦਿੱਤਾ ਜਾਂਦਾ ਪੜ੍ਹਾਉਣ ਤੋਂ ਬਾਅਦ ਕਿ ਬੱਚੇ ਨੇ ਹੋਮਵਰਕ ਕਰਨਾ। ਫਿਰ ਅੱਗੇ ਉਹ ਹੋਮਵਰਕ ਕਰਾਉਣ ਦੀ ਜ਼ਿੰਮੇਵਾਰੀ ਮਾਂ ਬਾਪ ਦੀ ਹੁੰਦੀ ਹੈ, ਜਾਂ ਘਰ ਦੇ ਵਿੱਚ ਜਿਹੜੇ ਵੱਡੇ ਸਿਆਣੇ ਪੜ੍ਹੇ ਲਿਖੇ ਨੇ ਭੈਣ ਭਰਾ, ਉਹਨਾਂ ਦੀ ਵੀ ਜ਼ਿੰਮੇਵਾਰੀ ਨਾਲ ਬਣ ਜਾਂਦੀ ਹੈ। ਕਿਉਂਕਿ ਬੱਚੇ ਨੂੰ ਅਸੀਂ ਅੱਗੇ ਵਧਾਉਣਾ, ਪੜ੍ਹਾਉਣਾ, ਲਿਖਾਉਣਾ, ਇਸ ਸਮਾਜ ਦੇ ਵਿੱਚ ਰਹਿਣ ਦੇ ਕਾਬਲ ਬਣਾਉਣਾ। ਤੇ ਅਸੀਂ ਹਰ ਇੱਕ ਪੱਖ ਤੋਂ ਉਹਨਾਂ ਨਿਯਮਾਂ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਤੇ ਆਪਣੇ ਬੱਚੇ ਨੂੰ ਪੂਰੀ ਤਰ੍ਹਾਂ ਤਰੀਕੇ ਨਾਲ ਤਿਆਰੀ ਕਰਕੇ ਹਰ ਪੱਖ ਤੋਂ ਉਹਨੂੰ ਇਹ ਕਹਿੰਦੇ ਆ ਵੀ ਕਦੇ ਕੋਈ ਤੇਰੇ ਵੱਲੋਂ ਸਾਨੂੰ ਉਲਾਂਭਾ ਨਾ ਆਵੇ। ਹੁਣ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਵੀ ਇਹੀ ਸਮਝਾ ਰਹੇ ਨੇ ਵੀ ਜਦੋਂ ਤੂੰ ਇਸ ਗੁਰਮਤਿ ਦੀ ਕਲਾਸ ਦੇ ਵਿੱਚ ਆ ਕੇ ਬੈਠੇਂਗਾ, ਗੁਰੂ ਕੋਲ ਬੈਠੇਂਗਾ, ਤੇ ਗੁਰੂ ਪਾਤਸ਼ਾਹ ਜੀ ਤੈਨੂੰ ਸਮਝਾਉਣਗੇ ਵੀ ਤੂੰ ਕਰਨਾ ਕੀ ਹੈ ਤੇ ਕੀ ਨਹੀਂ ਕਰਨਾ, ਕੀ ਕਰਨ ਦੇ ਨਾਲ ਤੇਰਾ ਭਲਾ ਹੋਵੇਗਾ, ਕੀ ਕਰਨ ਦੇ ਨਾਲ ਤੇਰਾ ਨੁਕਸਾਨ ਹੋਵੇਗਾ। ਇਹ ਸਤਿਗੁਰੂ ਪਾਤਸ਼ਾਹ ਜੀ ਸਮਝ ਬਖਸ਼ਦੇ ਨੇ, ਬੁੱਧ ਬਖਸ਼ਦੇ ਨੇ। ਇਸੇ ਕਰਕੇ ਗੁਰੂ ਪਾਤਸ਼ਾਹ ਜੀ ਨੇ ਬਾਣੀ ਅੰਦਰ ਵੀ ਇਹ ਕਿਹਾ ਹੈ, ਗੁਰ ਮਿਲ ਚੱਜ ਆਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ। ਹੁਣ ਅਸੀਂ ਦੁੱਖਾਂ ਤੋਂ ਛੁਟਕਾਰਾ ਵੀ ਚਾਹੁੰਦੇ ਹਾਂ, ਪਰ ਅਸੀਂ ਬਾਬੇ ਨਾਨਕ ਦਾ ਬਚਨ ਨਹੀਂ ਮੰਨਿਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਦੁੱਖਾਂ ਦਾ ਤੇਰਾ ਛੁਟਕਾਰਾ ਹੋ ਜਾਵੇਗਾ, ਨਿਪਟਾਰਾ ਹੋ ਜਾਵੇਗਾ, ਦੁੱਖ ਅੰਧੇ ਸਾਰਾ ਕੁਝ ਤੇਰਾ ਮਿਟ ਜਾਵੇਗਾ, ਪਰ ਤੈਨੂੰ ਗੁਰੂ ਤੋਂ ਚੱਜ ਸਿੱਖਣਾ ਪਵੇਗਾ। ਗੁਰੂ ਤੋਂ ਤੈਨੂੰ ਚੰਗੇ ਗੁਣ ਸਿੱਖਣੇ ਪੈਣਗੇ, ਜਿਹੜੇ ਆਪਣੇ ਵਿੱਚ ਧਾਰਨ ਕਰਕੇ ਇਸ ਸਮਾਜ ਦੇ ਵਿੱਚ ਤੈਨੂੰ ਰਹਿਣਾ ਪਵੇਗਾ। ਉਹ ਹੁਣ ਤੇਰੇ ਉੱਤੇ ਆ ਵੀ ਤੂੰ ਕਿੰਨਾ ਕੁ ਇਸ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਿਆਕਾਰੀ ਬੱਚਾ ਬਣ ਕੇ ਜੀਵਨ ਬਤੀਤ ਕਰਦਾ ਹੈ। ਬਸ ਇਹ ਉਹ ਫਰਕ ਹੈ। ਅਸੀਂ ਦੁਨਿਆਵੀ ਸਕੂਲ ਦੇ ਵਿੱਚ ਤਾਂ ਚਾਹੁੰਦੇ ਹਾਂ ਵੀ ਸਾਡਾ ਬੱਚਾ ਬਹੁਤ ਸਿਆਣਾ ਆਗਿਆਕਾਰੀ ਬਣੇ, ਪਰ ਅਸੀਂ ਕਦੇ ਆਪਣੇ ਆਪ ਨੂੰ ਇਸ ਮਹਾਨ ਸੱਚ ਰੂਪੀ ਜਿਹੜਾ ਸਕੂਲ ਹੈ ਸਾਡਾ, ਉਸ ਦੇ ਵਿੱਚ ਆ ਕੇ ਅਸੀਂ
ਚੰਗਾ ਆਗਿਆਕਾਰੀ ਬਣ ਕੇ ਰਹਿਣਾ ਪਸੰਦ ਨਹੀਂ ਕਰਦੇ। ਕਈ ਵਾਰ ਕੋਈ ਛੋਟੀਆਂ ਗਲਤੀਆਂ ਹੋ ਜਾਣੀਆਂ ਸੁਭਾਵਿਕ ਨੇ, ਪਰ ਉਸ ਨੂੰ ਧਿਆਨ ਦੇ ਵਿੱਚ ਨਾ ਰੱਖਦੇ ਹੋਏ ਆਪਾਂ ਅੱਗੇ ਵੱਲ ਵਧੀਏ ਨਾ। ਅਗਾਹਾਂ ਕੂ ਤਰਾਂਗ, ਪਿੱਛਾ ਫੇਰਨਾ ਮੋਢੜਾ, ਅੱਗੇ ਵਧਣਾ ਆਪਾਂ, ਪਿੱਛੇ ਥੋੜ੍ਹੀ ਜਾਣਾ। ਜੇ ਪਿੱਛੇ ਹੀ ਸੋਚੀ ਜਾਈਏ ਵੀ ਇੱਦਾਂ ਹੁੰਦਾ, ਮੇਰੇ ਨਾਲ ਆਹ ਹੋਇਆ ਉਹ ਹੋਇਆ, ਠੀਕ ਹੈ, ਉਹ ਲਾਈਫ ਜਿਹੜਾ ਜੀਵਨ ਹੈ ਨਾ, ਜ਼ਿੰਦਗੀ ਹੈ, ਉੱਥੇ ਰੁਕ ਜਾਵੇਗੀ। ਹਾਂ, ਚੰਗੇ ਮਾੜੇ ਦੇ ਵਿੱਚੋਂ ਲੰਘੇ ਹੋਏ ਭੁੱਲਣਾ ਨਹੀਂ ਚਾਹੀਦਾ ਕਦੇ, ਵੀ ਸਾਡੇ ਪਹਿਲਾਂ ਹਾਲਾਤ ਕੀ ਸੀ ਹੁਣ ਕੀ ਨੇ, ਉਹਨੂੰ ਵਿਸਾਰਨਾ ਨਹੀਂ ਚਾਹੀਦਾ। ਵੀ ਗੁਰੂ ਨੇ ਕਿਰਪਾ ਕੀਤੀ ਹੈ ਸਾਡੇ ਉੱਤੇ, ਬਖਸ਼ਿਸ਼ ਕੀਤੀ ਹੈ, ਮਿਹਰ ਕੀਤੀ ਹੈ, ਅੱਜ ਸਾਨੂੰ ਸੁੱਖ ਸਹੂਲਤਾਂ ਨੇ, ਤੰਦਰੁਸਤੀਆਂ ਨੇ, ਸਾਰਾ ਕੁਝ ਹੈ, ਉਸ ਨੂੰ ਵਿਸਾਰੀਏ ਨਾ। ਪਰਮਾਤਮਾ ਦੇ ਗੁਣਾਂ ਨੂੰ ਸਿਰਫ ਇਕੱਲਾ ਕਹਿਣ ਵਿੱਚ ਨਾ ਰੱਖੀਏ। ਸਤਿਗੁਰੂ ਕਹਿੰਦੇ ਲਗਭਗ ਸਾਰਾ ਸੰਸਾਰ ਜਗਤ ਇਹੋ ਕਰਦਾ ਹੈ ਕਿ ਰਾਮ ਰਾਮ ਕਰਤਾ ਸਭ ਜਗ ਫਿਰੈ। ਫਿਰਦੇ ਸਾਰੇ ਨੇ, ਕੋਈ ਰਾਮ ਰਾਮ ਕਹਿ ਕੇ ਜਪ ਰਿਹਾ, ਕੋਈ ਅੱਲਾ ਅੱਲਾ ਕਹਿ ਕੇ ਜਪ ਰਿਹਾ, ਕੋਈ ਵਾਹਿਗੁਰੂ ਕਹਿ ਕੇ ਜਪ ਰਿਹਾ, ਕੋਈ ਗੌਡ ਕਹਿ ਕੇ ਜਪ ਰਿਹਾ, ਕੋਈ ਕੁਝ। ਕਿਉਂਕਿ ਜਿਵੇਂ ਜਿਵੇਂ ਕਿਸੇ ਵੀ ਮਜ਼ਹਬ ਦੇ ਰਹਿਬਰ ਨੇ ਜੋ ਵੀ ਗੁਣ ਪਰਮਾਤਮਾ ਦੇ ਉਹਨੇ ਆਪਣੇ ਲੋਕਾਂ ਨੂੰ ਬਿਆਨ ਕੀਤੇ, ਉਹ ਲੋਕ ਉਸ ਨਾਮ ਨੂੰ ਉੱਤਮ ਮੰਨ ਕੇ, ਮਹਾਨ ਮੰਨ ਕੇ, ਸ੍ਰੇਸ਼ਟ ਮੰਨ ਕੇ ਉਹਨੂੰ ਜਪ ਰਹੇ। ਪਰ ਸਤਿਗੁਰੂ ਕਹਿੰਦੇ ਰਾਮ ਨਾ ਪਾਇਆ ਜਾਏ। ਇੱਦਾਂ ਕਹਿੰਦੇ ਰਾਮ ਨਹੀਂ ਪਾਇਆ ਜਾਂਦਾ, ਪਰਮਾਤਮਾ ਨਹੀਂ ਮਿਲਦਾ। ਹੁਣ ਮਨੁੱਖ ਜਪ ਵੀ ਇਸ ਕਰਕੇ ਰਿਹਾ ਵੀ ਪਰਮਾਤਮਾ ਮਿਲ ਜਾਵੇ, ਪਰ ਉਹ ਬਹੁਤ ਘੱਟ ਨੇ ਜਿਹੜੇ ਇਸ ਕਰਕੇ ਜਪ ਰਹੇ ਨੇ ਵੀ ਸਾਡਾ ਪਰਮਾਤਮਾ ਦੇ ਨਾਲ ਮੇਲ ਹੋ ਜਾਵੇ, ਅਸੀਂ ਪਰਮਾਤਮਾ ਦੇ ਨਾਲ ਇਸ ਮਨੁੱਖਾ ਜੀਵਨ ਦੇ ਵਿੱਚ ਇੱਕਮਿਕ ਹੋ ਜਾਈਏ। ਬਹੁਤ ਘੱਟ ਵਿਰਲੇ ਇਨਸਾਨ ਨੇ। ਪਰ ਦੂਜੇ ਪਾਸੇ ਜਪਣ ਦਾ ਕਾਰਨ ਦੁੱਖ ਵੀ ਬਣ ਜਾਂਦੇ ਆ, ਤਕਲੀਫ ਵੀ ਬਣ ਜਾਂਦੀ ਹੈ। ਜਦੋਂ ਬੰਦੇ ਉੱਤੇ ਦੁੱਖ ਆਉਂਦਾ, ਤਕਲੀਫ ਆਉਂਦੀ ਹੈ, ਤੇ ਉਦੋਂ ਵੀ ਮਨੁੱਖ ਬਹੁਤ ਜਪਦਾ। ਉਦੋਂ ਇੰਝ ਮਹਿਸੂਸ ਹੁੰਦਾ ਵੀ ਇਹਦੇ ਜਿੰਨਾ ਕੋਈ ਜਪ ਹੀ ਨਹੀਂ ਸਕਦਾ। ਇਹ ਵੀ ਹੈ ਨਾ ਵੀ ਇਹਦੇ ਜਿੰਨਾ ਕੋਈ ਜਪ ਹੀ ਨਹੀਂ ਸਕਦਾ। ਫਿਰ ਤਾਂ ਉੱਥੇ ਜਦੋਂ ਸਾਹਮਣੇ ਤਕਲੀਫ ਹੋਵੇ ਨਾ, ਸਾਡਾ ਬੰਦਾ ਵੈਂਟੀਲੇਟਰ 'ਤੇ ਪਿਆ ਹੋਵੇ, ਡਾਕਟਰ ਵੀ ਕਹਿ ਦੇਵੇ ਵੀ ਭਾਈ ਬਸ ਜੇ ਤਾਂ ਦਵਾਈ ਲੱਗ ਗਈ ਤਾਂ ਠੀਕ ਹੈ, ਨਹੀਂ ਆਖਰੀ ਸਾਹਾਂ 'ਤੇ ਹੈ, ਫਿਰ ਨਹੀਂ ਨਫ਼ਰਤ ਆਉਂਦੀ। ਫਿਰ ਜਿਹੜਾ ਵੀ ਧਾਰਮਿਕ ਅਸਥਾਨ ਸਾਹਮਣੇ ਆ ਜਾਵੇ, ਧਾਰਮਿਕ ਰਹਿਬਰ ਦੀ ਕੋਈ ਤਸਵੀਰ ਸਾਹਮਣੇ ਆ ਜਾਵੇ, ਫਿਰ ਬੰਦਾ ਉੱਥੇ ਹੀ ਢਹਿ ਢੇਰੀ ਹੋ ਜਾਂਦਾ ਵੀ ਚੱਲ ਘੱਟੋ ਘੱਟ ਤੂੰ ਹੀ ਸੁਣ ਲੈ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਰੱਬ ਦੇ ਵਿੱਚ ਫਰਕ ਨਹੀਂ, ਇੱਕੋ ਹੈ। ਜਦੋਂ ਕਿਤੇ ਨਾ ਕੋਈ ਮਲਕੀ ਮਜ਼ਹਬ ਦੇ ਨਾਂ ਦੇ ਉੱਤੇ ਲੜਾਈ ਝਗੜੇ ਹੁੰਦੇ ਨੇ, ਤਾਂ ਇੱਕ ਵਿਦਵਾਨ ਨੇ ਬੜਾ ਸੋਹਣਾ ਲਿਖਿਆ। ਉਹ ਕਹਿੰਦਾ ਕਿਤੇ ਨਾ ਵੀ ਜਿਹੜਾ ਹਿੰਦੂ ਤੇ ਮੁਸਲਮਾਨ ਸੀ ਉਹ ਲੜ ਰਹੇ ਸੀ ਆਪਸ ਵਿੱਚ, ਦੋ ਧਿਰਾਂ ਲੜ ਰਹੀਆਂ ਸੀ। ਉਹ ਕਹਿੰਦੇ ਸੀ ਵੀ ਅਸੀਂ ਇਹਨਾਂ ਨੂੰ ਮਾਰ ਦੇਣਾ ਹੈ, ਵੀ ਇਹ ਜਿਹੜੇ ਲੋਕ ਨੇ ਇਹ ਨਾਸਤਕ ਨੇ, ਇਹ ਲੋਕ ਪਰਮਾਤਮਾ ਦੇ ਰਾਮ ਨਾਮ ਤੋਂ ਦੂਰ ਕਰਦੇ ਨੇ, ਤੇ ਉਹ ਕਹਿੰਦੇ ਵੀ ਜਿਹੜਾ ਅੱਲਾ ਨਹੀਂ ਜਪਦਾ ਉਹ ਕਾਫਰ ਹੈ। ਉਲਟ ਹੋ ਗਿਆ ਨਾ ਦੋਨਾਂ ਦਾ। ਹੁਣ ਆਪਸ ਵਿੱਚ ਲੜ ਰਹੇ ਨੇ, ਸਿਰ ਪਾੜ ਰਹੇ ਨੇਗੇ ਇੱਕ ਦੂਜੇ ਦੇ, ਕੋਈ ਮੰਦਰ ਨੂੰ ਢਾਹ ਰਿਹਾ, ਕੋਈ ਮਸਜਿਦ ਨੂੰ ਢਾਹ ਰਿਹਾ, ਤੇ ਸਾਹਮਣੇ ਉਹ ਵਿਦਵਾਨ ਕਹਿੰਦਾ ਇੱਕ ਪਾਸੇ ਨਾ ਕਹਿੰਦੇ ਵੀ ਅੱਲਾ ਤੇ ਰਾਮ ਖੜੇ ਦੇਖ ਰਹੇ ਨੇ। ਅੱਲਾ ਤੇ ਰਾਮ ਤਾਂ ਇੱਕੋ ਹੀ ਹੈ ਨਾ, ਨਾਮ ਹੀ ਵੱਖਰੇ ਵੱਖਰੇ ਨੇ ਨਾ। ਅੱਲਾ ਦਾ ਅਰਥ ਹੈ ਅੱਲਾ ਖੁਦਾ, ਪਾਕਮ ਪਾਕ, ਰਹੀਮ ਕਰੀਮ ਕਰਨ ਵਾਲਾ, ਉਹ ਅਕਾਲ ਪੁਰਖ ਪਰਮਾਤਮਾ ਜਿਹੜਾ ਇੱਕ ਹੈ। ਰਾਮ ਦਾ ਅਰਥ ਕੀ ਹੈ? ਜਿਹੜਾ ਰਮਿਆ ਹੋਇਆ, ਸਾਰੇ ਕਿਤੇ ਵਿਰਾਜਮਾਨ ਹੈ। ਹਿੰਦੂ ਵਿੱਚ ਵੀ ਹੈ, ਮੁਸਲਮਾਨ 'ਚ ਵੀ ਹੈ, ਸਿੱਖ 'ਚ ਵੀ ਹੈ, ਈਸਾਈ 'ਚ ਵੀ ਹੈ, ਸਾਰਿਆਂ 'ਚ ਹੀ ਹੈ। ਕਹਿੰਦੇ ਉਹ ਸਾਹਮਣੇ ਇੱਕ ਪਾਸੇ ਖੜੇ ਦੋਨੋਂ ਵੇਖ ਰਹੇ। ਕਹਿੰਦੇ ਕਮਾਲ ਦੀ ਗੱਲ ਹੈ। ਕਹਿੰਦੇ ਵੱਖੋ ਵੱਖਰੇ ਸਮੇਂ ਦੇ ਵਿੱਚ ਅਸੀਂ ਆ ਕੇ ਇਹਨਾਂ ਲੋਕਾਂ ਨੂੰ ਕੁਝ ਚੰਗਾ ਸਿਖਾਉਣ ਦਾ ਯਤਨ ਕੀਤਾ, ਪਰ ਇਹ ਲੋਕ ਸਾਡੇ ਨਾਂ ਦੇ ਉੱਤੇ ਇੱਕ ਦੂਜੇ ਦੇ ਸਿਰ ਪਾੜ ਰਹੇ ਨੇ। ਵੇਖੋ ਨਾ, ਮੰਨੇ ਜਾਣ ਵਾਲੇ ਭਗਵਾਨਾਂ ਨੂੰ ਉਸ ਵਿਦਵਾਨ ਨੇ ਇੱਕ ਥਾਂ ਤੇ ਖੜੇ ਕਰ ਦਿੱਤਾ, ਇਕੱਠੇ ਖੜੇ ਨੇ, ਇੱਕ ਥਾਂ ਦੇ ਉੱਤੇ ਨੇ, ਤੇ ਦੂਜੇ ਪਾਸੇ ਉਹਨਾਂ ਦੇ ਨਾਮ ਦੇ ਉੱਤੇ ਜਿਹੜੇ ਇਕੱਠੇ ਨੇ ਉਹ ਲੜ ਰਹੇ ਨੇ। ਪਰਮਾਤਮਾ ਇੱਕ ਹੈ।
ਸਤਿਗੁਰੂ ਕਹਿੰਦੇ ਵੀ ਰਾਮ ਰਾਮ ਕਰਨ ਦੇ ਨਾਲ, ਅੱਲਾ ਅੱਲਾ ਕਰਨ ਦੇ ਨਾਲ, ਵਾਹਿਗੁਰੂ ਵਾਹਿਗੁਰੂ ਕਰਨ ਦੇ ਨਾਲ ਉਹ ਪਰਮਾਤਮਾ ਮਿਲਣਾ ਨਹੀਂ, ਜੇਕਰ ਉਹਦੇ ਗੁਣਾਂ ਨੂੰ ਅਸੀਂ ਅੰਦਰ ਨਹੀਂ ਵਸਾਇਆ। ਸੱਚ ਕਰਕੇ ਜੇਕਰ ਆਪਣੇ ਮਨ ਦੇ ਵਿੱਚ ਟਿਕਾ ਕੇ ਆਪਣੀ ਸੋਚ ਨੂੰ ਗੁਰੂ ਦੇ ਅਨੁਸਾਰ ਧਾਰਨੀ ਨਾ ਬਣਾਇਆ, ਉਹਦੇ ਗੁਣਾਂ ਨੂੰ ਨਾ ਅਪਣਾਇਆ। ਹੁਣ ਗੁਣ ਹੈ, ਦੇਖੋ ਗੁਰੂ ਪਾਤਸ਼ਾਹ ਜੀ ਦੇ ਵਿੱਚ ਗੁਣ ਕੀ ਹੈ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ, ਕਹਿੰਦੇ ਨਾਨਕ ਨੂੰ ਕੀ ਕਹਿੰਦੇ ਨੇ, ਕਹਿੰਦੇ ਕੋ ਕਹੈ ਭੂਤ ਨਾ ਕੋ ਕਹੈ ਬਤਾਲਾ। ਹੁਣ ਗੁਰੂ ਨਾਨਕ ਸਾਹਿਬ ਨੂੰ ਇਹ ਸ਼ਬਦ ਵਰਤੇ ਜਾ ਰਹੇ ਨੇ, ਕਿਹਦੇ ਵੱਲੋਂ, ਲੋਕਾਂ ਵੱਲੋਂ। ਕਿਹੜੇ ਲੋਕ, ਜਿਹੜੇ ਪੁਜਾਰੀ ਜਾਲ ਦੇ ਵਿੱਚ, ਬ੍ਰਾਹਮਣ ਜਾਲ ਦੇ ਵਿੱਚ, ਕਰਮ ਕਾਂਡਾਂ ਦੇ ਵਿੱਚ, ਊਚ ਨੀਚ ਦੀਆਂ ਜਾਤਾਂ ਪਾਤਾਂ ਦੇ ਫਰਕ ਦੇ ਵਿੱਚ ਫਸੇ ਹੋਏ ਨੇ। ਉਹ ਕੀ ਕਹਿੰਦੇ ਨੇ, ਇਹ ਕਹਿੰਦੇ ਭੂਤਨਾ, ਇਹ ਬਤਾਲਾ, ਪਾਗਲ ਹੈ। ਤੇ ਡਲੇ ਵੀ ਮਾਰੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ। ਜਦੋਂ ਗੁਰੂ ਨਾਨਕ ਪਾਤਸ਼ਾਹ ਸਰੀਰ ਦੇ ਵਿੱਚ ਸੀ, ਗੁਰੂ ਨਾਨਕ ਪਾਤਸ਼ਾਹ ਜੀ ਨੂੰ ਰੋੜੇ ਵੀ ਮਾਰੇ ਨੇ। ਤੇ ਮੱਕੇ ਦੇ ਵਿੱਚ ਤਾਂ ਕਾਜ਼ੀ ਨੇ ਫੜ ਕੇ ਲੱਤ ਤੋਂ ਟੰਗੋਂ ਫੜ ਘੜੀਸਿਆ, ਮੱਕੇ ਕੀ ਯਾਰਤ ਜਾਈ, ਤੇ ਲੱਤ ਤੋਂ ਫੜ ਕੇ ਗੁਰੂ ਪਾਤਸ਼ਾਹ ਜੀ ਨੂੰ ਘੜੀਸਿਆ। ਸੋਚ ਕੇ ਵੇਖੋ, ਅੱਜ ਇੱਕ ਉਦਾਹਰਨ ਦੇ ਤੌਰ ਤੇ ਮੈਂ ਕੋਸ਼ਿਸ਼ ਕਰਦਾ, ਜੇਕਰ ਸਮਝ ਆ ਜਾਵੇ ਆਪਾਂ ਨੂੰ, ਵੀ ਅੱਜ ਮੰਨ ਲਓ ਵੀ ਕੋਈ ਸਰੀਰ ਕਰਕੇ ਕੋਈ ਸੰਤ ਬਣਿਆ ਹੋਇਆ, ਬ੍ਰਹਮ ਗਿਆਨੀ ਬਣਿਆ ਹੋਇਆ ਜਾਂ ਸਾਧ ਬਣਿਆ ਹੋਇਆ ਨਾ, ਜਿਹੜਾ ਕੋਈ ਮਨੁੱਖ ਬੰਦਾ ਉਸ ਦੇ ਨਾਲ ਜੁੜਿਆ ਹੋਇਆ, ਸਰੀਰ ਦੇ ਨਾਲ ਜੁੜਿਆ ਹੋਇਆ, ਤੇ ਉਸ ਨੂੰ ਜੇਕਰ ਕੋਈ ਬੰਦੇ ਨੂੰ ਉਸ ਬਾਬੇ ਜਾਂ ਸਾਧ ਬਾਰੇ ਜਾਂ ਬ੍ਰਹਮ ਗਿਆਨੀ ਬਾਰੇ ਕੋਈ ਕੁਝ ਕਹਿ ਦੇਵੇ, ਉਹ ਦੂਜਾ ਉਹਦਾ ਚੇਲਾ ਅੱਗ ਬਲੂਲਾ ਹੋ ਜਾਂਦਾ ਵੀ ਹਾਂ ਹਾਂ, ਸੱਤੀ ਕੱਪੜੀ ਅੱਗ ਲੱਗ ਜਾਂਦੀ ਹੈ ਵੀ ਤੂੰ ਮੇਰੇ ਬਾਬੇ ਨੂੰ ਕਿਹਾ ਕਿਵੇਂ ਕੁਝ। ਤੇ ਸੋਚ ਕੇ ਵੇਖੋ, ਮਰਦਾਨਾ ਨਾਲ ਹੋਵੇ ਗੁਰੂ ਨਾਨਕ ਪਾਤਸ਼ਾਹ ਜੀ ਦੇ, ਤੇ ਜੇਕਰ ਅੱਜ ਵਾਲੇ ਹਾਲਾਤ ਸਿੱਖਾਂ ਦੇ ਹੁੰਦੇ, ਉਦੋਂ ਵੀ ਮਰਦਾਨਾ ਆਪਣੇ ਵਰਗਾ ਹੁੰਦਾ, ਤੇ ਇਹ ਸੱਚ ਸੀ ਵੀ ਉਹ ਕਾਜੀ ਦਾ ਮਰਦਾਨਾ ਰਬਾਬ ਮਾਰ ਕੇ ਸਿਰ ਪਾੜ ਦਿੰਦਾ। ਇੱਦਾਂ ਹੀ ਹੋਣਾ ਸੀ ਨਾ। ਅੱਜ ਮੰਨ ਲਵੋ, ਆਪਾਂ ਨੂੰ ਦੁੱਖ ਹੈ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਵੀ ਉਦੋਂ ਇਕੱਲੀ ਇਹ ਬੇਅਦਬੀ, ਇਕੱਲੇ ਪੇਜ ਨਹੀਂ ਪਾੜੇ ਗਏ, ਇਕੱਲੇ ਲਿਖੇ ਹੋਏ ਅੱਖਰਾਂ ਨੂੰ ਨਹੀਂ ਪਾੜਿਆ ਗਿਆ। ਅਸੀਂ ਇਹ ਮਹਿਸੂਸ ਕੀਤਾ ਵੀ ਇਹ 35 ਮਹਾਂਪੁਰਖਾਂ ਦੇ ਕੱਪੜਿਆਂ ਨੂੰ ਪਾੜਿਆ ਗਿਆ। ਅਸੀਂ ਮਹਿਸੂਸ ਕੀਤਾ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਦਾੜੀ ਨੂੰ ਹੱਥ ਪਾਇਆ ਗਿਆ। ਇਸੇ ਕਰਕੇ ਸਾਡੇ ਸੀ ਜਿਹੜੇ ਆਮ ਲੋਕਾਂ ਦੀਆਂ ਭਾਵਨਾਵਾਂ ਉਹ ਇਕੱਠੀਆਂ ਹੋ ਗਈਆਂ। ਉੱਥੇ ਕੋਈ ਨਹੀਂ ਰਿਹਾ, ਉੱਥੇ ਸਾਰੇ ਇੱਕ ਹੋ ਗਏ, ਫਰਕ ਨਹੀਂ ਰਿਹਾ ਉੱਥੇ ਕੋਈ। ਕਿਉਂਕਿ ਅਸੀਂ ਕਿਤੇ ਨਾ ਕਿਤੇ ਮਹਿਸੂਸ ਕਰਦੇ ਹਾਂ ਵੀ ਇਹ ਸਾਡੀ ਜਾਗਦੀ ਜੋਤ ਹੈ, ਇਹੀ ਮਹਿਸੂਸ ਕਰਦੇ ਹਾਂ। ਪਰ ਹਾਂ, ਸ਼ਾਂਤਮਈ ਤਰੀਕੇ ਦੇ ਨਾਲ, ਢੰਗ ਦੇ ਨਾਲ ਇਨਸਾਫ ਮੰਗਣਾ, ਉਸ ਹੋਈ ਬੇਹੁਰਮਤੀ ਦਾ ਜਿਹੜਾ ਦੋਸ਼ੀਆਂ ਨੂੰ ਫੜ ਕੇ ਉਹਨੂੰ ਸਜ਼ਾਵਾਂ ਦਿਵਾਉਣੀਆਂ, ਇਹ ਸਾਡਾ ਰਾਈਟ ਵੀ ਆ, ਹੱਕ ਹੈ, ਸਾਡਾ ਅਧਿਕਾਰ ਹੈ। ਵੀ ਇੱਥੇ ਕੋਈ ਹੋਰ ਧਰਮ ਦੇ ਨਾਂ ਉੱਤੇ ਕੱਲ੍ਹ ਨੂੰ ਕੋਈ ਇੱਦਾਂ ਦਾ ਵਖੇੜਾ ਨਾ ਖੜਾ ਹੋ ਜਾਵੇ ਵੀ ਲੋਕ ਆਪਸ ਵਿੱਚ ਲੜਨ ਲੱਗ ਪੈਣ, ਆਪਸ ਵਿੱਚ ਇੱਕ ਦੂਜੇ ਦੇ ਡਾਂਗੋ ਸੋਟੀਆਂ ਹੋਣ ਲੱਗ ਜਾਣ। ਪਰ ਜਿਹੜੀ ਰਾਜਨੀਤੀ ਹੈ ਉਹ ਇਹ ਚਾਹੁੰਦੀ ਹੈ ਵੀ ਇਹਨਾਂ ਲੋਕਾਂ ਨੂੰ ਪਾੜੀਏ ਤੇ ਰਾਜ ਕਰੀਏ, ਡਿਵਾਈਡ ਐਂਡ ਰੂਲ ਅੰਗਰੇਜ਼ਾਂ ਨੇ ਦਿੱਤਾ ਹੋਇਆ, ਪਾੜੋ ਤੇ ਰਾਜ ਕਰੋ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੁਨੀਆ ਦੇ ਸਭ ਤੋਂ ਸੋਹਣੇ ਰਾਜ ਦੇ ਵਿੱਚ ਮੰਨਿਆ ਗਿਆ। ਸਾਰੇ ਦੇਸ਼ਾਂ ਦੇ ਰਾਜਿਆਂ ਤੋਂ ਵੱਧ ਸੋਹਣਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਮੰਨਿਆ ਗਿਆ। ਪਰ ਸਾਡੇ ਹੀ ਕੁਝ ਲੋਕਾਂ ਨੇ ਕੀ ਚੱਕਿਆ ਵੀ ਮਹਾਰਾਜਾ ਰਣਜੀਤ ਸਿੰਘ ਤਾਂ ਜੀ ਅਯਾਸ ਸੀ, ਸ਼ਰਾਬੀ ਸੀ, ਕਬਾਬੀ ਸੀ, ਉਹਨੇ ਇੰਨੇ ਰਾਣੀਆਂ ਰੱਖੀਆਂ, ਇੰਨੇ ਵਿਆਹ ਕਰਾਏ। ਇਹ ਗੱਲਾਂ ਛੱਡ ਦਿਓ, ਦੂਜਾ ਪੱਖ ਵੇਖ ਲਓ ਨਾ। ਉਹਦੇ ਰਾਜ ਦੇ ਵਿੱਚ ਕੋਈ ਵੀ ਬੰਦਾ ਭੁੱਖਾ ਨਹੀਂ ਸੁੱਤਾ ਸੀ ਕਦੇ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕੋਈ ਕਦੇ ਬੰਦਾ ਬਿਮਾਰੀ ਕਰਕੇ ਨਹੀਂ ਮਰਿਆ ਸੀ ਵੀ ਇਲਾਜ ਨਾ ਹੋਇਆ ਹੋਵੇ। ਕੋਈ ਬੰਦਾ ਛੱਤ ਤੋਂ ਬਿਨਾਂ ਨਹੀਂ ਪਿਆ ਸੀ ਕਦੇ। ਕਿਸੇ ਦਾ ਵੀ ਬੱਚਾ ਕਿਸੇ ਕਾਰਨਾਂ ਦੇ ਕਰਕੇ ਵੀ ਉਹ ਹਾਲਾਤਾਂ ਤੋਂ ਮਜਬੂਰ ਹੋ ਜਾਣ ਤੇ ਉਹਨਾਂ ਦਾ ਬੱਚਾ ਮਰ ਜਾਵੇ ਮਾਂ-ਬਾਪ ਦੇ ਸਾਹਮਣੇ, ਇੱਦਾਂ ਕਦੇ ਨਹੀਂ ਹੋਇਆ ਸੀ। ਸਭ ਤੋਂ ਵੱਧ ਸਕੂਨ ਭਰਿਆ ਜੀਵਨ ਜੇਕਰ ਮਨੁੱਖਤਾ ਨੂੰ ਲੰਮੇ ਸਮੇਂ ਸੰਘਰਸ਼ਾਂ ਤੋਂ ਬਾਅਦ ਮਿਲਿਆ ਨਾ, ਤੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਮਿਲਿਆ, ਜਿੱਥੇ ਲੋਕ ਹਰ ਇੱਕ ਧਰਮ ਦਾ, ਕੌਮ ਦਾ ਲੋਕ ਸੀ ਜਿਹੜੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਸਤਿਕਾਰ ਕਰਦੇ ਸੀ, ਪਿਆਰ ਕਰਦੇ ਸੀ। ਤੇ ਸੋਚ ਕੇ ਵੇਖੋ ਵੀ ਕਿੰਨਾ ਉਸਨੇ ਕਮਾਈ ਕੀਤੀ ਹੋਵੇਗੀ।
ਠੀਕ ਹੈ, ਘਾਟਾਂ ਹਰੇਕ ਇਨਸਾਨ 'ਚ ਹੁੰਦੀ ਹੈ, ਕੋਈ ਇਨਸਾਨ ਪੂਰਾ ਨਹੀਂ, ਕੋਈ ਰੱਬ ਨਹੀਂ ਬਣ ਗਿਆ, ਕੋਈ ਗੁਰੂ ਨਹੀਂ ਬਣ ਗਿਆ, ਕਿਉਂਕਿ ਭੁੱਲਣ ਅੰਦਰ ਸਭ ਕੋ, ਸਾਰੇ ਭੁੱਲਣ ਵਿੱਚ ਨੇ। ਅਭੁੱਲ ਗੁਰੂ ਕਰਤਾਰ, ਗੁਰੂ ਤੇ ਕਰਤਾਰ ਪਰਮਾਤਮਾ ਜਿਹੜੇ ਅਭੁੱਲ ਨੇ ਉਹ ਕਦੇ ਨਹੀਂ ਭੁੱਲਦੇ, ਉਹ ਹਮੇਸ਼ਾ ਸਭ ਕੁਝ ਜਾਣਦੇ। ਨੇੜੇ ਦਿਸੈ ਮਾਤ ਲੋਕ ਤੁਝ ਸੁਝੈ ਦੂਰ, ਇਹ ਮਾਲਕ ਜੀ ਤੈਨੂੰ ਦੂਰ ਦਾ ਪਤਾ ਹੈ, ਤੈਨੂੰ ਸਭ ਪਤਾ ਹੈ, ਤੈਥੋਂ ਕੁਝ ਵੀ ਓਲੇ ਨਹੀਂ, ਲੁਕੋ ਦੇ ਵਿੱਚ ਨਹੀਂ ਹੈ। ਕਹਿੰਦੇ ਹੁਣ ਰਾਮ ਰਾਮ ਕਰਦਾ ਤਾਂ ਸਾਰਾ ਜੱਗ ਫਿਰ ਰਿਹਾ, ਪਰ ਪਰਮਾਤਮਾ ਨੂੰ ਪਾਇਆ ਕਿਵੇਂ ਜਾਵੇ। ਗੱਲ ਤੇ ਇਹ ਵੀ ਹੈ ਨਾ। ਹੁਣ ਦੇਖੋ ਗੁਰੂ ਨਾਨਕ ਪਾਤਸ਼ਾਹ ਜੀ ਜੇਕਰ ਮੱਕੇ ਦੇ ਵਿੱਚ ਗਏ ਨੇ ਤੇ ਉਹ ਮੁਸਲਮਾਨ ਨੇ ਜਿਹੜੇ ਇਸਲਾਮ ਵਾਲੇ ਨੇ, ਬਗਦਾਦ ਵਾਲੇ ਨੇ, ਮਦੀਨੇ ਵਾਲੇ ਨੇ, ਉਹ ਸਾਰੇ ਦੇ ਸਾਰੇ ਉਹ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਉੱਥੇ ਬਹੁਤ ਪੀਰ ਬੈਠੇ ਸੀ, ਬਹੁਤ ਪੀਰ ਬੈਠੇ ਸੀ। ਉਹਨਾਂ ਨੇ ਕੀਤਾ, ਬਗਦਾਦ ਜਦੋਂ ਗਏ ਗੁਰੂ ਪਾਤਸ਼ਾਹ ਜੀ ਨਾ ਕਟੋਰਾ ਭਰ ਕੇ ਦੁੱਧ ਦਾ ਲੈ ਆਂਦਾ। ਉਹਦਾ ਅਰਥ ਸੀ ਵੀ ਇੱਥੇ ਤਾਂ ਇਹ ਧਰਤੀ ਹੋਈ ਪੀਰਾਂ ਦੀ ਆ, ਵੀ ਇੱਥੇ ਹੁਣ ਤੇਰੇ ਵਰਗੇ ਕਿਸੇ ਫਕੀਰ ਦੀ ਲੋੜ ਨਹੀਂ ਹੈ। ਪਰ ਗੁਰੂ ਪਾਤਸ਼ਾਹ ਜੀ ਨੇ ਕਹਿੰਦੇ ਵੀ ਜਿਹੜੀ ਸੀ ਬਗਲ ਤੇ ਕੱਢ ਕੇ ਜਿਹੜੀ ਚਮੇਲੀ ਸੀ ਉਹ ਦੁੱਧ ਵਿੱਚ ਪਾਈ। ਉਹਦਾ ਅਰਥ ਹੈ ਵੀ ਮਿੱਠਾ, ਵੀ ਜਿਹੜਾ ਦੁੱਧ ਦੇ ਵਿੱਚ ਘੁਲ ਜਾਂਦਾ ਪਦਾਰਥ, ਕਹਿੰਦੇ ਉਹਦੇ ਵਿੱਚ ਪਾ ਦਿੱਤਾ। ਭਾਵ ਕਿ ਵੀ ਇੱਥੇ ਮੇਰੇ ਆਉਣ ਦਾ ਮਕਸਦ ਇਹ ਨਹੀਂ ਵੀ ਮੈਂ ਗੱਦੀ ਲਾ ਕੇ ਬੈਠਣਾ ਹੈ, ਵੀ ਮੈਂ ਕੋਈ ਸਰੀਰ ਨੂੰ ਪੂਜਾ ਕਰਵਾਉਣੀ ਹੈ। ਕਹਿੰਦੇ ਨਹੀਂ, ਕਹਿੰਦੇ ਮੈਂ ਤਾਂ ਇਸ ਦੁੱਧ ਵਿੱਚ ਪਾਈ ਹੋਈ ਚਮੇਲੀ ਜਾਂ ਕਾਂਜੀ ਦੇ ਵਾਂਗੂ ਇਹਦੇ ਵਿੱਚ ਘੁਲ ਜਾਣਾ ਹੈ, ਇਹਦੇ ਵਿੱਚ ਮੈਂ ਚੰਗੇ ਗੁਣ ਪੈਦਾ ਕਰਨੇ ਨੇ, ਮਿਠਾਸ ਪੈਦਾ ਕਰਨੀ ਹੈ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ ਬੜੀ, ਮੈਂ ਉਹ ਮਿਠਾਸ ਪੈਦਾ ਕਰਨੀ ਆ ਜਿਹੜੀ ਮਿਠਾਸ ਦੇ ਤਰਫੋਂ ਲੋਕ ਜਿਹੜੇ ਨੇ ਤੜਫ ਰਹੇ ਨੇ, ਉਹਨਾਂ ਨੂੰ ਮਿਠਾਸ ਨਹੀਂ ਮਿਲ ਰਹੀ। ਭਰਮ ਭੁਲੇਖੇ ਵਹਿਮ ਕਰਮ ਕਾਂਡ ਪਖੰਡ ਇਹ ਮਿਲ ਰਹੇ ਨੇ, ਪਰ ਸੱਚ ਨਹੀਂ ਮਿਲ ਰਿਹਾ। ਮੈਂ ਸੱਚ ਦੱਸਣਾ ਹੈ ਲੋਕਾਂ ਨੂੰ। ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਦੌਰਾ ਕੋਈ ਇੱਕ ਥੋੜ੍ਹੀ ਸੀ, ਦੋ ਥੋੜ੍ਹੀ ਸੀ। ਜਿਹੜੇ ਪਾਸੇ ਨੂੰ ਗਏ ਨੇ ਹਰੇਕ ਪੱਖ ਦੇ ਵਿੱਚੋਂ ਉਹ ਲਗਭਗ ਕਈ 100,000 ਕਿਲੋਮੀਟਰ ਸਫ਼ਰ ਤੈਅ ਕੀਤਾ ਉਹਨਾਂ ਨੇ। ਅੱਜ ਸੋਚ ਕੇ ਵੇਖੋ, ਨਾਲੇ ਪੈਦਲ ਤੁਰ ਕੇ, ਤੇ ਜਿੱਥੇ ਕੋਈ ਸਮੁੰਦਰ ਆ ਜਾਂਦਾ ਸੀ ਉੱਥੋਂ ਜਿਹੜੀਆਂ ਕਿਸ਼ਤੀਆਂ ਚੱਲਦੀਆਂ ਸੀ, ਆਮ ਵਪਾਰਕ ਸੰਬੰਧ ਸੀਗੇ ਟਾਪੂਆਂ ਦੇ ਵਿੱਚ, ਤੇ ਉੱਥੇ ਗੁਰੂ ਪਾਤਸ਼ਾਹ ਜੀ ਉੱਥੇ ਜਾਂਦੇ ਹੁੰਦੇ ਸੀ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਮੇਂ ਇੱਕ ਗੁਰੂ ਕਾ ਪਿਆਰਾ ਹੋਇਆ। ਹੁਣ ਦੇਖੋ, ਰਾਮ ਰਾਮ ਕਹਿਣ ਦੇ ਵਿੱਚ ਤੇ ਮੰਨਣ ਦੇ ਵਿੱਚ ਫਰਕ ਹੈ। ਉਹਨੇ ਇੱਛਾ ਜ਼ਾਹਰ ਕੀਤੀ, ਉਹ ਅੱਗੇ ਮੁਹੰਮਦ ਸਾਹਿਬ ਦੇ ਰਿਸ਼ਤੇਦਾਰੀ ਦੇ ਵਿੱਚੋਂ ਜਿਹੜੀ ਕੁੱਲ ਚੱਲੀ ਆਉਂਦੀ ਸੀ ਉਹਦੇ ਵਿੱਚੋਂ ਸੀ, ਇਸਲਾਮ ਧਰਮ ਦੇ ਵਿੱਚੋਂ। ਨਾਮ ਸੀਗਾ ਉਹਦਾ ਜਾਨੀ ਖਾਂ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਮੇਂ ਜਦੋਂ ਉਹਨੇ ਇਹ ਇੱਛਾ ਜ਼ਾਹਰ ਕੀਤੀ ਨਾ ਵੀ ਮੈਂ ਰੱਬ ਨੂੰ ਮਿਲਣਾ ਹੈ, ਅੰਦਰ ਚਾਹਨਾ ਪੈਦਾ ਹੋ ਗਈ। ਹਰੇਕ ਕੋਲੇ ਜਾਇਆ ਕਰੇ, ਕਿਸੇ ਵੀ ਕੋਲੇ, ਕਿਸੇ ਵੀ ਧਰਮ ਦੇ ਵਿੱਚ, ਕਿਸੇ ਵੀ ਪਹਿਰਾਵੇ ਦੇ ਵਿੱਚ, ਉਹਨੂੰ ਪਤਾ ਲੱਗਦਾ ਸੀ ਵੀ ਕੋਈ ਸਾਧੂ ਬਣਿਆ ਹੋਇਆ ਸੰਤ ਹੈ, ਫਕੀਰ ਹੈ, ਜਾਂ ਪੀਰ ਹੈ, ਪੈਗੰਬਰ ਹੈ, ਕੋਈ ਔਲੀਆ ਅਵਤਾਰ ਹੈ। ਉਹ ਹਰ ਕੋਲੇ ਜਾ ਕੇ ਇੱਕੋ ਗੱਲ ਕਹਿੰਦਾ ਸੀ, ਜਾਨੀ ਕੋ ਜਾਨੀ ਮਿਲਾ ਦੋ, ਜਾਨੀ ਕੋ ਜਾਨੀ ਮਿਲਾ ਦੋ। ਉਹ ਇਸ ਜਾਨੀ ਨੂੰ ਉਹ ਜਾਨੀ ਮਿਲਾ ਦੋ ਜਿਹਦੇ ਕਰਕੇ ਇਹ ਜਾਨੀ ਤੁਰਿਆ ਫਿਰਦਾ। ਬਸ ਮੁੱਖ ਤੇ ਇਹੀ ਸੀ ਵੀ ਜਾਨੀ ਕੋ ਜਾਨੀ ਮਿਲਾ ਦੋ। ਤੁਰਿਆ ਹੋਇਆ, ਭਟਕਿਆ ਹੋਇਆ, ਠੇਡੇ ਟਿੱਬੇ ਖਾਂਦਾ ਹੋਇਆ, ਕੰਡਿਆਂ ਝਾੜੀਆਂ ਵਿੱਚ ਦੀ ਆਉਂਦਾ ਹੋਇਆ, ਇੱਕ ਦਿਨ ਕਰਦਾ ਕਰਾਉਂਦਾ ਨੇੜੇ ਪਹੁੰਚ ਗਿਆ। ਉੱਥੇ ਵੀ ਇਹੀ ਵੀ ਹਾਂ ਭਾਈ ਕੀ ਚਾਹੀਦਾ, ਜਾਨੀ ਕੋ ਜਾਨੀ ਮਿਲਾ ਦੋ। ਕੋਈ ਕਹਿੰਦਾ ਤੂੰ ਪਾਣੀ ਮੰਗ, ਪ੍ਰਸ਼ਾਦਾ ਮੰਗ, ਤੈਨੂੰ ਮਿਲੇਗਾ। ਉਹ ਕਹਿੰਦਾ ਨਹੀਂ, ਜਾਨੀ ਕੋ ਜਾਨੀ ਮਿਲਾ ਦੋ। ਬਸ ਇੱਕੋ ਆਵਾਜ਼ ਹੀ ਮੁੱਖ ਤੇ ਆ ਗਈ। ਜਪਣ ਦਾ ਦੇਖੋ, ਜਪਦੇ ਆਪਾਂ ਵੀ ਹਾਂ, ਪਰ ਸਾਡੇ ਉਹਦੇ ਅੰਦਰ ਜਪਣ ਦੇ ਵਿੱਚ ਮਿਲਾਪ ਸੀ ਵੀ ਮੈਂ ਮਿਲਣਾ ਏ। ਅਸੀਂ ਜਪਦੇ ਹਾਂ ਕੁਝ ਹੋਰ ਕਾਰਨਾਂ ਕਰਕੇ, ਦੁਨਿਆਵੀ ਮੰਗਾਂ ਕਰਕੇ, ਦੁਨਿਆਵੀ ਚੀਜ਼ਾਂ ਵਸਤਾਂ ਕਰਕੇ। ਜਪਣਾ ਮਾੜਾ ਨਹੀਂ, ਜਪਣਾ। ਅਸੀਂ ਇਹ ਸਾਰਾ ਕੁਝ ਲੈਣਾ ਵੀ ਆਪਣੇ ਗੁਰੂ ਤੋਂ ਹੈ। ਦੁਨਿਆਵੀ ਚੀਜ਼ਾਂ ਵਸਤਾਂ ਪਦਾਰਥ ਧੀ ਪੁੱਤ ਸਾਰਾ ਕੁਝ ਅਸੀਂ ਆਪਣੇ ਗੁਰੂ ਤੋਂ ਮੰਗਣਾ, ਨਿਸ਼ਚਿੰਤ ਹੋ ਕੇ ਮੰਗਣਾ। ਕੋਈ ਚਿੰਤਾ ਨਹੀਂ ਰੱਖਣੀ ਮਨ ਦੇ ਵਿੱਚ, ਫਿਕਰ ਨਹੀਂ ਰੱਖਣਾ ਵੀ ਸ਼ਾਇਦ ਅਸੀਂ ਨਹੀਂ ਮੰਗ ਸਕਦੇ। ਨਹੀਂ, ਮੰਗਣਾ ਸਾਰਾ ਕੁਝ ਹੈ, ਪਰ ਮੰਗ ਦੇ ਨਾਲ ਨਾਲ ਇਸ ਗੁਰੂ ਨੂੰ ਵੀ ਆਪਣੀ ਜ਼ਿੰਦਗੀ 'ਚ ਮੰਗਣਾ ਵੀ ਸਤਿਗੁਰੂ ਤੂੰ ਵੀ ਸਾਡੇ ਵਿੱਚ ਆ ਜਾ, ਸਾਡੀ ਜ਼ਿੰਦਗੀ 'ਚ ਆ ਜਾ। ਜਿੱਥੇ ਇਹ ਚੀਜ਼ਾਂ ਪਦਾਰਥ ਤੂੰ ਦੇ ਰਿਹਾ ਸਾਨੂੰ, ਤੂੰ ਵੀ ਸਾਡੇ ਕੋਲ ਆ ਜਾ। ਬਸ ਮੈਨੂੰ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਵੀ ਇਹ ਸਤਿਗੁਰੂ ਪਾਤਸ਼ਾਹ ਜੀ, ਅਸੀਂ ਤੈਥੋਂ ਸਾਰਾ ਕੁਝ ਮੰਗਦੇ ਹਾਂ,
ਦਾਤ ਪਿਆਰੀ, ਵਿਸਰਿਆ ਦਾ ਤਾਰਾ। ਪਰ ਕਿਤੇ ਨਾ ਕਿਤੇ ਸਾਨੂੰ ਤੂੰ ਵਿਸਰਿਆ ਹੋਇਆ ਹੈ। ਤੂੰ ਸਾਡੇ ਵੀ ਚਿੱਤ ਚੇਤੇ ਦੇ ਵਿੱਚ ਪੱਕਾ ਵਸ ਜਾ। ਜਿਵੇਂ ਤੂੰ ਚੀਜ਼ਾਂ ਵਸਤਾ ਦਿੰਦਾ ਹੋਇਆ ਥੱਕਿਆ ਨਹੀਂ ਨਾ ਪਾਤਸ਼ਾਹ, ਹੁਣ ਤੂੰ ਰਹਿਮਤਾਂ ਕਰ, ਤੂੰ ਵੀ ਸਾਡੇ ਵਿੱਚ ਵਸ ਜਾ। ਫੇਰ ਹੀ ਆਨੰਦ ਬਣੇਗਾ ਨਾ। ਪਾਤਸ਼ਾਹ ਜੀ ਨੇ ਮੰਗਣ ਤੋਂ ਮਨਾ ਨਹੀਂ ਕੀਤਾ। ਕਿਤੇ ਵੀ ਗਿਆ ਗੁਰੂ ਪਾਤਸ਼ਾਹ ਜੀ, ਪੀਰ ਬੁੱਧੂ ਸ਼ਾਹ ਦੀ ਗੱਲ ਆਉਂਦੀ ਹੈ, ਗੁਰੂ ਪਾਤਸ਼ਾਹ ਜੀ ਕੰਘੇ ਨਾਲ ਕੇਸ ਵਾਹ ਰਹੇ ਨੇ। ਭੰਗਾਣੀ ਦੇ ਯੁੱਧ ਦੇ ਵਿੱਚ ਪੀਰ ਬੁੱਧੂ ਸ਼ਾਹ ਆਪਣੇ 2 ਪੁੱਤ, 4 ਪੁੱਤਾਂ ਦੇ ਵਿੱਚੋਂ 2 ਪੁੱਤ ਸ਼ਹੀਦ ਕਰਵਾ ਦਿੱਤੇ ਗੁਰੂ ਪਾਤਸ਼ਾਹ ਜੀ ਦੇ ਲਈ। ਤੇ 500 ਤੋਂ ਵੱਧ ਮੁਰੀਦ ਸੀ, ਜਿਹੜੇ ਉਹਦੇ ਚੇਲੇ ਸੀ, ਉਹਦੇ ਕਹਿਣੇ ਦੇ ਵਿੱਚ ਸੀਗੇ, ਉਹਨਾਂ ਨੂੰ ਵੀ ਉਸ ਜੰਗ ਦੇ ਵਿੱਚ ਬਹੁਤਾਤ ਦੇ ਵਿੱਚ ਸ਼ਹੀਦ ਕਰਵਾ ਦਿੱਤਾ। ਤੇ ਅੱਜ ਗੁਰੂ ਪਾਤਸ਼ਾਹ ਜੀ ਤੰਬੂ ਦੇ ਵਿੱਚ ਖੜੇ ਕੇਸ ਵਾਹ ਰਹੇ ਨੇ। ਕੇਸ ਵਾਹ ਕੇ ਜਦੋਂ ਕੇਸਾਂ ਵਾਲਾ ਕੰਘਾ ਦੂਜੇ ਹੱਥ ਵਿੱਚ ਫੜ ਕੇ ਤੇ ਕੇਸ ਬੰਨ੍ਹ ਕੇ ਜਦੋਂ ਦਸਤਾਰ ਬੰਨ੍ਹਣ ਲੱਗੇ ਨਾ, ਪਾਤਸ਼ਾਹ ਜੀ ਖੜੇ ਖੜੇ ਬੋਲ ਪਏ, ਕਹਿੰਦੇ ਪੀਰ ਬੁੱਧੂ ਸ਼ਾਹ ਤੁਸੀਂ ਮੰਗੋ ਕੀ ਮੰਗਣਾ ਹੈ, ਕਿਉਂਕਿ ਦੇਣ ਬਹੁਤ ਵੱਡੀ ਆ, ਆਪਣੇ 2 ਪੁੱਤਾਂ ਨੂੰ ਗੁਰੂ ਦੇ ਲਈ ਸ਼ਹੀਦ ਕਰਵਾ ਦੇਣਾ ਜੰਗ ਦੇ ਵਿੱਚ, ਤੇ ਆਪਣੇ ਮੁਰੀਦਾਂ ਨੂੰ ਜੰਗ ਦੇ ਵਿੱਚ ਲੈ ਕੇ ਗੁਰੂ ਪਾਤਸ਼ਾਹ ਜੀ ਦੇ ਨਾਲ ਉਤਰ ਆਉਣਾ ਤੇ ਜੰਗ ਦੀ ਜਿੱਤ ਵੱਲ ਲੈ ਕੇ ਜਾਣਾ। ਕਿਉਂਕਿ ਗੁਰੂ ਪਾਤਸ਼ਾਹ ਜੀ ਦੇ ਜਿਹੜੇ ਪਠਾਨ ਭਰਤੀ ਹੋਏ ਸੀ ਫੌਜ ਦੇ ਵਿੱਚ, ਉਹ ਧੋਖਾ ਕਰ ਗਏ। ਜੰਗ ਚੱਲਦੀ ਦੇ ਵਿੱਚ ਉਹ ਉੱਧਰੋਂ ਉੱਠ ਕੇ ਦੂਜੇ ਪਾਸੇ ਜਾ ਕੇ ਮੁਗਲਾਂ ਨਾਲ ਲੜਨ ਲੱਗ ਪਏ। ਉਹਨਾਂ ਵੱਲੋਂ ਗੁਰੂ ਸਾਹਿਬ 'ਤੇ ਹਮਲਾ ਕਰ ਦਿੱਤਾ। ਤੇ ਫਿਰ ਪੀਰ ਬੁੱਧੂ ਸ਼ਾਹ ਪਹੁੰਚਿਆ ਸੀ। ਜਦੋਂ ਉਹਨੂੰ ਖਬਰ ਮਿਲੀ ਵੀ ਧੋਖਾ ਕਰ ਗਏ ਉਹਦੇ ਭੇਜੇ ਹੋਏ ਜਿਹੜੇ 500 ਤੋਂ ਵੱਧ ਪਠਾਨ ਸੀਗੇ, ਫਿਰ ਉਹ ਆਪਣੇ 500 ਮੁਰੀਦਾਂ ਨੂੰ ਤੇ ਆਪਣੇ ਪੁੱਤਰਾਂ ਨੂੰ ਜੰਗ ਦੇ ਵਿੱਚ ਲੈ ਕੇ ਆਇਆ ਸੀ। ਤੇ ਜਦੋਂ ਕਿਹਾ ਨਾ ਗੁਰੂ ਪਾਤਸ਼ਾਹ ਜੀ ਨੇ ਵੀ ਪੀਰ ਬੁੱਧੂ ਸ਼ਾਹ ਵੀ ਮੈਂ ਬਹੁਤ ਖੁਸ਼ ਹਾਂ, ਪ੍ਰਸੰਨ ਹਾਂ, ਤੇ ਵੀ ਤੂੰ ਨਾਲ ਆ ਕੇ ਖੜਿਆ, ਤੂੰ ਮੰਗ ਕੀ ਮੰਗਣਾ ਹੈ? ਕਹਿੰਦਾ ਪਾਤਸ਼ਾਹ ਜੇਕਰ ਤੁਸੀਂ ਦੇਣ ਹੀ ਲੱਗੇ ਹੋ ਕੁਝ, ਵੇਖੋ ਗੁਰੂ ਤੋਂ ਕੁਝ ਵੀ ਮੰਗ ਲੈਂਦਾ, ਸਾਰਾ ਕੁਝ ਗੁਰੂ ਪਾਤਸ਼ਾਹ ਜੀ ਬਖਸ਼ਣ ਨੂੰ ਤਿਆਰ ਨੇ। ਜਦੋਂ ਬਖਸ਼ਿਸ਼ਾਂ ਹੀ ਦੇਣ ਲੱਗ ਪਏ, ਫਿਰ ਪਿੱਛੇ ਕੀ ਰਹਿ ਗਿਆ? ਤੇ ਉਹ ਕਹਿੰਦਾ ਪਾਤਸ਼ਾਹ ਇੱਦਾਂ ਕਰੋ ਵੀ ਆਹ ਕੇਸਾਂ ਵਾਲਾ ਕੰਘਾ ਕੇਸਾਂ ਦੇ ਸਮੇਤ ਮੈਨੂੰ ਦੇ ਦਿਓ। ਕਹਿੰਦੇ ਪੀਰ ਬੁੱਧੂ ਸ਼ਾਹ ਮੰਗਣਾ ਤੂੰ ਕੁਝ ਹੋਰ ਮੰਗ, ਘੋੜੇ ਮੰਗ, ਹਾਥੀ ਮੰਗ, ਰਾਜ ਮੰਗ, ਭਾਗ ਮੰਗ, ਕੁਰਸੀ ਮੰਗ, ਜਾਇਦਾਦ ਮੰਗ, ਹੋਰ ਕੁਝ ਮੰਗ ਲੈ। ਤੇਰੇ 2 ਪੁੱਤ ਇਸ ਜੰਗ ਦੇ ਵਿੱਚ ਸ਼ਹੀਦ ਹੋਏ ਨੇ, ਤੂੰ ਦਾਤ ਮੰਗਣੀ ਹੈ, ਪੁੱਤਾਂ ਦੀ ਦਾਤ ਮੰਗ ਲੈ। ਤੂੰ ਕੁਝ ਹੋਰ ਮੰਗ ਲੈ, ਤੂੰ ਆਨੰਦਪੁਰ ਮੰਗ ਲੈ, ਆਨੰਦਪੁਰ ਦੇ ਦਿੱਤਾ ਤੈਨੂੰ। ਕਹਿੰਦੇ ਨਹੀਂ ਪਾਤਸ਼ਾਹ, ਮੈਨੂੰ ਇਹ ਕੇਸਾਂ ਵਾਲਾ ਕੰਘਾ ਹੀ ਚਾਹੀਦਾ। ਤੇ ਭਾਈ ਨੰਦ ਲਾਲ ਜੀ ਜਦੋਂ ਲਿਖਦੇ ਨੇ ਨਾ, ਤਾਂ ਉਹ ਲਿਖਦੇ ਨੇ, ਕਹਿੰਦੇ ਇਸ ਕੇਸਾਂ ਦੀ ਜਿਹੜੀ ਕੀਮਤ ਹੈ ਨਾ, ਪੀਰ ਬੁੱਧੂ ਸ਼ਾਹ ਬਿਆਨ ਕਰ ਰਿਹਾ, ਕਹਿੰਦੇ ਪਾਤਸ਼ਾਹ, ਕਹਿੰਦੇ ਇਹ 2 ਕੇਸਾਂ ਦੀ ਕੀਮਤ ਨਾ ਜਿਹੜੀ ਹੈ, ਇਹ 2 ਜਹਾਨਾਂ ਦੇ ਬਰਾਬਰ ਹੈ। ਵੀ ਇਹ ਕੇਸਾਂ ਦੀ ਕੀਮਤ ਇੰਨੀ ਹੈ ਪਾਤਸ਼ਾਹ ਜੀ, 2 ਜਹਾਨਾਂ ਦਾ ਮੈਂ ਮਾਲਕ ਬਣ ਗਿਆ ਇਹਨਾਂ ਕੇਸਾਂ ਨੂੰ ਲੈ ਕੇ। ਐਡੀਆਂ ਬਖਸ਼ਿਸ਼ਾਂ ਜੇਕਰ ਕੋਈ ਮੰਨੇ ਤਾਂ, ਅਪਣਾਵੇ ਤਾਂ। ਹੁਣ ਇੱਕੋ ਰਾਟ ਹੈ ਮੁੱਖ ਤੇ, ਜਾਨੀ ਕੋ ਜਾਨੀ ਮਿਲਾ ਦੋ, ਜਾਨੀ ਕੋ ਜਾਨੀ ਮਿਲਾ ਦੋ। ਤੇ ਗੁਰੂ ਪਾਤਸ਼ਾਹ ਜੀ ਕੋਲੇ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚੇ ਆਏ, ਤੇ ਉੱਥੇ ਜਦੋਂ ਗੱਲ ਕੀ ਚੱਲੀ ਨਾ, ਫਿਰ ਇਹ ਮੁੱਖ ਤੇ ਵੀ ਜਾਨੀ ਕੋ ਜਾਨੀ ਮਿਲਾ ਦੋ, ਜਾਨੀ ਕੋ ਜਾਨੀ ਮਿਲਾ ਦੋ। ਤੇ ਨਗਰ ਦੇ ਨੇੜੇ ਪਹੁੰਚਿਆ ਹੋਇਆ ਇੱਕ ਸਿੱਖ ਮਿਲਿਆ, ਕਹਿੰਦਾ ਕੀ ਕਰਨਾ ਤੂੰ, ਕਿਹਨੂੰ ਮਿਲਣਾ? ਕਹਿੰਦਾ ਜਾਨੀ ਨੂੰ ਮਿਲਣਾ, ਜਾਨੀ ਕੋ ਜਾਨੀ ਮਿਲਾ ਦੋ। ਕਿਉਂ ਮਿਲਣਾ? ਮਿਲਣਾ ਕਹਿੰਦੇ ਬਸ ਅੰਦਰ ਭੁੱਖ ਹੈ, ਤੜਫਣਾ ਹੈ, ਜਾਨੀ ਕੋ ਜਾਨੀ ਮਿਲਾ ਦੋ। ਕਹਿੰਦੇ ਇੰਨਾ ਭਟਕਿਆ ਆਇਆ, ਮਿਲਿਆ ਨਹੀਂ? ਕਹਿੰਦਾ ਨਾ। ਫਿਰ ਜਾਨੀ ਕੋ ਜਾਨੀ ਮਿਲਾ ਦੋ। ਕਹਿੰਦੇ ਚੰਗਾ, ਤੈਨੂੰ ਇੱਥੇ ਹੀ ਮਿਲੇਗਾ। ਉਹ ਸਾਹਮਣੇ ਗੁਰੂ ਦਾ ਮਹਿਲ ਹੈ, ਗੁਰੂ ਦਾ ਘਰ ਹੈ, ਤੇ ਉੱਥੇ ਤੈਨੂੰ ਮਿਲੇਗਾ, ਚਲਿਆ ਜਾ, ਪਰ ਸਬਰ ਰੱਖੀ, ਕਿਉਂਕਿ ਗੱਲ ਸਬਰ ਦੀ ਹੈ, ਗੱਲ ਸਿਦਕ ਦੀ ਹੈ। ਜੇਕਰ ਸਿਦਕ ਨਹੀਂ ਨਿਭਿਆ ਤੇ ਮਿਲਣਾ ਨਹੀਂ, ਜੇਕਰ ਸਬਰ ਤੇਰਾ ਟੁੱਟ ਗਿਆ ਮਿਲਣਾ ਨਹੀਂ। ਪਤਾ ਨਹੀਂ ਤੈਨੂੰ ਆਖਰੀ ਸਾਹ ਤੱਕ ਸਬਰ ਕਰਨਾ ਪਵੇ, ਆਖਰੀ ਸਾਹ ਤੱਕ ਤੈਨੂੰ ਸਿਦਕ ਰੱਖਣਾ ਪਵੇ ਉਸ ਜਾਨੀ ਨੂੰ ਮਿਲਣ ਦੇ ਲਈ। ਪਰ ਜੇਕਰ ਤੂੰ ਸਿਦਕ ਨਿਭਾ ਗਿਆ, ਸਬਰ ਨਿਭਾ ਗਿਆ, ਤੇ ਤੂੰ ਪਾਰ ਹੈ। ਹੁਣ ਅੰਦਰ ਨਹੀਂ ਗਿਆ, ਸਾਹਮਣੇ ਬਹਿ ਕੇ ਦਰ ਤੇ ਬਹਿ ਗਿਆ ਜਾ ਕੇ, ਜਾਨੀ ਕੋ ਜਾਨੀ ਮਿਲਾ।
ਜਾਨੀ ਕੋ ਜਾਨੀ ਮਿਲਾ ਦੋ। ਬਸ ਇੱਕੋ ਮੁੱਖ ਤੇ ਆ, ਨਾ ਕੁਝ ਖਾਣਾ ਨਾ ਕੁਝ ਪੀਣਾ, ਕਿਉਂਕਿ ਸਰੀਰ ਦਾ ਤਾਂ ਚੇਤਾ ਹੀ ਨਹੀਂ, ਭੁੱਲ ਹੀ ਗਿਆ ਨਾ। ਜਦੋਂ ਲਿਵੀ ਉਸ ਮਾਲਕ ਦੇ ਵਿੱਚ ਜੁੜ ਗਈ, ਉਸ ਦਾਤੇ ਦੇ ਵਿੱਚ ਜੁੜ ਗਈ, ਫਿਰ ਭੁੱਖ ਪਿਆਸ ਤੇ ਕੱਪੜਾ ਲੀੜਾ ਪਿੰਡੇ ਤੇ ਸਰੀਰ ਤੇ ਹੈ ਨਹੀਂ ਹੈ, ਕਿਵੇਂ ਹੈ, ਜ਼ਖਮ ਹੈ ਨਹੀਂ ਹੈ, ਚੱਪਲਾਂ ਹਨ ਨਹੀਂ ਹਨ, ਕਿਉਂਕਿ ਉਹ ਅਵਸਥਾ ਹੀ ਐਸੀ ਬਣ ਜਾਂਦੀ ਹੈ ਜਿੱਥੇ ਮਨੁੱਖ ਆਪਣੇ ਸਰੀਰ ਤੋਂ ਉੱਪਰ ਉੱਠ ਪੈਂਦਾ ਹੈ। ਸਰੀਰ ਤੋਂ ਉੱਪਰ ਉੱਠਿਆ, ਸੰਸਾਰ ਤੋਂ ਪਾਸੇ ਹੋ ਗਿਆ। ਅਸੀਂ ਸਿਰਫ ਇਸ ਸਰੀਰ ਤੇ ਖੜੇ ਹਾਂ, ਇਸੇ ਕਰਕੇ ਸੰਸਾਰ ਵਿੱਚ ਫਸੇ ਹੋਏ ਹਾਂ। ਅਸੀਂ ਹਾਂ ਤਾਂ ਚਿੱਕੜ ਦੇ ਵਿੱਚ ਹੀ, ਪਰ ਇਸ ਚਿੱਕੜ ਤੋਂ ਉੱਚਾ ਉੱਠਣਾ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ, ਉਵੇਂ ਵਸਣਾ ਸੀ, ਉਸ ਮਾਲਕ ਨੂੰ ਉਵੇਂ ਚੇਤਾ ਕਰਨਾ, ਜ਼ਿੰਦਗੀ ਉਵੇਂ ਬਤੀਤ ਕਰਨੀ। ਕਈ ਦਿਨ ਲੰਘ ਗਏ, 3-4 ਦਿਨ ਲੰਘੇ ਬਤੀਤ ਹੋਏ, ਤੇ ਇੱਕੋ ਝਲਕ ਗੁਰੂ ਪਾਤਸ਼ਾਹ ਜੀ ਜਦੋਂ ਦਰਵਾਜ਼ਾ ਖੋਲ੍ਹਿਆ, ਸਿੱਖਾਂ ਨੇ ਘੋੜਿਆਂ ਤੇ ਸਵਾਰ ਹੋਏ ਆ ਰਹੇ ਨੇ। ਸਭ ਤੋਂ ਮੂਹਰੇ ਸਤਿਗੁਰੂ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ, ਤੇ ਅੱਖਾਂ ਦੇ ਵਿੱਚ ਚਮਕ ਆ ਗਈ, ਖੜਾ ਹੋ ਗਿਆ, ਹੱਥ ਜੁੜ ਗਏ, ਸਤਿਗੁਰੂ ਪਾਤਸ਼ਾਹ ਜੀ ਦੇ ਪੈਰਾਂ ਨੂੰ ਜਾ ਕੇ ਫੜ ਲਿਆ, ਕਹਿੰਦਾ ਸੱਚੇ ਪਾਤਸ਼ਾਹ ਅੱਜ ਜੀਵਨ ਸਫਲਾ ਹੋ ਗਿਆ। ਅੱਜ ਮੁੱਖ ਤੇ ਇਹ ਨਹੀਂ ਆਇਆ ਵੀ ਜਾਨੀ ਕੋ ਜਾਨੀ ਮਿਲਾ ਦੇ, ਅੱਜ ਮਿਲ ਗਿਆ, ਪਾ ਲਿਆ, ਜੋ ਮੈਂ ਚਾਹੁੰਦਾ ਸੀ ਉਹ ਮੈਨੂੰ ਮਿਲ ਗਿਆ, ਅੱਜ ਕੁਝ ਵੀ ਫਰਕ ਨਹੀਂ ਰਿਹਾ। ਕਈ ਦਿਨ ਸਤਿਗੁਰੂ ਦੇ ਦਰ ਤੇ ਵੀ ਪਹੁੰਚਿਆ ਹੋਇਆ, ਪਰ ਕਈ ਦਿਨ ਸਤਿਗੁਰੂ ਦੀ ਝਲਕ ਪਾਉਣ ਨੂੰ ਵੀ ਉਡੀਕ ਰਿਹਾ ਸੀ। ਜਦੋਂ ਉਸ ਦਾਤੇ ਨੇ ਦਾਤਾਂ ਦੇਣੀਆਂ ਨੇ ਨਾ, ਬਖਸ਼ਿਸ਼ ਕਰਨੀ ਆ, ਤਾਂ ਇੱਕ ਮਿਹਰ ਦੀ ਨਜ਼ਰ ਹੀ ਕਾਫੀ ਹੈ। ਪੈਂਦੇ ਖਾਂ ਚੜ੍ਹ ਕੇ ਆਇਆ, ਸੈਦ ਖਾਂ ਚੜ੍ਹ ਕੇ ਆਇਆ, ਪਤਾ ਨਹੀਂ ਕਿੰਨੇ ਕੋ ਆਏ, ਇੱਕੋ ਨਜ਼ਰ ਨੇ ਕਾਇਲ ਕਰ ਦਿੱਤੇ ਸਤਿਗੁਰੂ ਦੇ। ਇਹ ਆ ਰੂਹਾਨੀਅਤ, ਜਿਹੜੀ ਸਾਨੂੰ ਸੱਚੇ ਸਤਿਗੁਰੂ ਤੋਂ ਹੀ ਮਿਲਣੀ ਹੈ। ਬਸ ਸਾਡਾ ਵੇਖਣ ਦਾ ਨਜ਼ਰੀਆ, ਅਸੀਂ ਉਸ ਨੂੰ ਵੇਖਣ ਦਾ ਕੋਸ਼ਿਸ਼ ਕਰਨਾ, ਅਸੀਂ ਉਸ ਨੂੰ ਵੇਖਣ ਦਾ ਯਤਨ ਕਰਨਾ ਜਿਹੜਾ ਸੰਸਾਰ ਦੇ ਵਿੱਚ ਨਹੀਂ ਹੈ, ਅੱਖਾਂ ਤੋਂ ਨਹੀਂ ਦਿਸਦਾ, ਜਿਹੜਾ ਅੱਖਾਂ ਤੋਂ, ਇਹਨਾਂ ਅੱਖਾਂ ਦੀ ਦਿਸ਼ਾ ਤੋਂ ਬਾਹਰ ਹੈ, ਅਸੀਂ ਉਹਨੂੰ ਵੇਖਣਾ। ਅਸੀਂ ਇਹ ਮੰਨ ਲਓ ਵੀ ਉਸ ਖੁਸ਼ਬੂ ਨੂੰ ਅਸੀਂ ਪਾਉਣਾ ਹੈ, ਜਿਹੜੀ ਖੁਸ਼ਬੂ ਮਾਣੀ ਤਾਂ ਜਾ ਸਕਦੀ ਹੈ ਪਰ ਪਕੜੀ ਨਹੀਂ ਜਾ ਸਕਦੀ। ਅਸੀਂ ਉਸ ਧੁੱਪ ਦੀ ਕਿਰਨ ਵਰਗੀ ਦਾਤ ਬਖਸ਼ਿਸ਼ ਨੂੰ ਪਾਉਣਾ ਹੈ, ਜਿਹਦਾ ਨਿੱਘ ਤਾਂ ਮਾਣਿਆ ਜਾ ਸਕਦਾ ਪਰ ਜਿਹਨੂੰ ਹੱਥ ਵਿੱਚ ਪਕੜਿਆ ਨਹੀਂ ਜਾ ਸਕਦਾ। ਅਸੀਂ ਉਸ ਠੰਡੇ ਹਵਾ ਦੇ ਬੁੱਲੇ ਵਾਂਗੂ ਉਸ ਸਤਿਗੁਰੂ ਦੀਆਂ ਬਖਸ਼ਿਸ਼ਾਂ ਨੂੰ ਪਾਉਣਾ, ਸਤਿਗੁਰੂ ਨੂੰ ਪਾਉਣਾ, ਜਿਹਨੂੰ ਮਹਿਸੂਸ ਕੀਤਾ ਜਾ ਸਕਦਾ। ਅੱਤ ਦੀ ਗਰਮੀ ਦੇ ਵਿੱਚ ਇੱਕ ਠੰਡੇ ਬੁੱਲੇ ਨੂੰ ਆਨੰਦ ਆਉਂਦਾ ਨਾ ਮਹਿਸੂਸ, ਜਦੋਂ ਠੰਡਾ ਬੁੱਲਾ ਆਉਂਦਾ ਵੀ ਆਹ ਆਨੰਦ ਆ ਗਿਆ। ਉਸ ਦਾਤੇ ਨੂੰ ਅਸੀਂ ਉਸ ਨਜ਼ਰ ਦੇ ਨਾਲ ਪਾਉਣਾ ਹੈ। ਸੇ ਅੱਖੜੀਆਂ ਬਿਆਨ ਜਿਨ੍ਹਾਂ ਦਸੰਦੋ ਮਾਂ ਪਿਰਿਓ, ਅੱਖਾਂ ਹੋਰ ਨੇ ਜਿਨ੍ਹਾਂ ਦੇ ਨਾਲ ਜ਼ਿੰਦ ਦਾ ਮਾਲਕ ਦਿਸਦਾ ਏ। ਉਹ ਗੁਰੂ ਗਿਆਨ ਦੀ ਕਿਰਪਾ ਦੇ ਨਾਲ ਹੀ ਦਿਸੇਗਾ। ਰਾਮ ਰਾਮ ਕਹਿਣ ਦੇ ਵਿੱਚ ਤੇ ਪਾਉਣ ਦੇ ਵਿੱਚ ਫਰਕ ਹੈ। ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਸਾਡੇ ਕਹਿਣ ਦੇ ਵਿੱਚ ਫਰਕ ਆਵੇ। ਅੱਗੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਅਗੰਮ ਅਗੋਚਰ ਅਤ ਵੱਡਾ, ਕਹਿੰਦੇ ਉਹ ਬਹੁਤ ਗੰਮਤਾ ਭਰਿਆ ਏ, ਉਹਦੀ ਗੰਮਤਾ ਨੂੰ ਕੋਈ ਪਾ ਨਹੀਂ ਸਕਦਾ। ਅਗੋਚਰ ਹੈ, ਸਾਡੇ ਗਿਆਨ ਇੰਦਰੀਆਂ ਦੀ ਪਕੜ ਤੋਂ ਬਾਹਰ ਹੈ। ਉਹ ਵੱਡਾ ਏ, ਅਤੁੱਲ ਹੈ, ਉਹਨੂੰ ਤੋਲਿਆ ਨਹੀਂ ਜਾ ਸਕਦਾ, ਨਾ ਤੁਲਿਆ ਜਾਏ। ਉਹਨੂੰ ਕੋਈ ਕਹੇ ਵੀ ਮੈਂ ਮਾਪ ਲਵਾਂਗਾ, ਤੋਲ ਲਵਾਂਗਾ, ਉਹਨੂੰ ਤੋਲਣ ਦੇ ਲਈ ਕੋਈ ਤੋਲ ਹੀ ਨਹੀਂ ਬਣਿਆ, ਕੋਈ ਕੰਡਾ ਹੀ ਨਹੀਂ ਬਣਿਆ ਜਿਸ ਦੇ ਵਿੱਚ ਰੱਖ ਕੇ ਤੋਲਿਆ ਜਾ ਸਕਦਾ। ਉਹਦੀਆਂ ਬਖਸ਼ਿਸ਼ਾਂ ਨੂੰ, ਮਿਹਰਾਂ ਨੂੰ ਨਹੀਂ ਤੋਲਿਆ ਜਾ ਸਕਦਾ। ਉਹ ਬਖਸ਼ਿਸ਼ਾਂ ਦੇਣ ਵਾਲੇ ਨੂੰ ਅਸੀਂ ਕਿੱਥੋਂ ਤੋਲ ਲਵਾਂਗੇ, ਅਸੀਂ ਉਹਨੂੰ ਕਿੱਥੋਂ ਮਿਲ ਲਵਾਂਗੇ। ਕਹਿੰਦੇ ਨਹੀਂ, ਉਹ ਗਿਣਤੀ ਮਿਣਤੀ ਤੋਂ ਬਾਹਰ ਹੈ, ਉਹ ਗੰਮਤਾ ਤੋਂ ਪਰੇ ਹੈ। ਕੀਮਤ ਕਿਨੇ ਨਾ ਪਾਈਆ, ਕਿਤੇ ਨਾ ਲਿਆ ਜਾਏ। ਉਸ ਮਾਲਕ ਪਰਮਾਤਮਾ ਜੀ ਦੀ ਕੋਈ ਕੀਮਤ ਨਹੀਂ ਪਾ ਸਕਦਾ, ਕਿਉਂਕਿ ਹੈ ਹੀ ਅਮੁੱਲ, ਉਹਦਾ ਕੋਈ ਮੋਲ ਕਿਵੇਂ ਲਾਵੇਗਾ। ਇਸੇ ਕਰਕੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਬਖਸ਼ਿਆ, ਕੰਚਨ ਸਿਉ ਪਾਈਏ ਨਹੀਂ ਤੋਲ। ਨਹੀਂ ਮਿਲਣਾ ਧਨ ਦੌਲਤ ਪੈਸੇ ਹੀਰੇ ਜਵਾਹਰਾਤ ਸੋਨੇ ਚਾਂਦੀ ਹੀਰਿਆਂ ਦੇ ਨਾਲ, ਨਹੀਂ ਮਿਲਣਾ ਉਹ ਮਾਲਕ। ਕੋਈ ਧਨਾੜ ਸੋਚੇ ਵੀ ਸ਼ਾਇਦ ਵੀ ਮੈਂ ਰੱਬ ਪਾ ਲਵਾਂਗਾ, ਗਰੀਬ ਸੋਚੇ ਮੇਰੇ ਕੋਲ ਤਾਂ ਹੈ ਹੀ ਕੁਝ ਨਹੀਂ, ਮੈਂ ਕਿਵੇਂ ਪਾਵਾਂਗਾ। ਸੱਚ ਜਾਣਿਓ,
ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਭਗਤ ਕਬੀਰ ਰਵਿਦਾਸ ਪਾਤਸ਼ਾਹ ਜੀ ਸਾਰੇ ਭਗਤਾਂ ਨੂੰ ਸਾਰਾ ਜੀਵਨ ਤੁਸੀਂ ਪੜ੍ਹ ਕੇ ਵੇਖ ਲਵੋ, ਕਿਤੇ ਵੀ ਗੁਰੂ ਪਾਤਸ਼ਾਹ ਜੀ, ਭਗਤ ਸਾਹਿਬਾਨ ਜੀ, ਭੱਟ ਸਾਹਿਬਾਨ ਜੀ, ਗੁਰੂ ਕੇ ਪਿਆਰੇ ਸਿੱਖ ਜਾਂ ਗੁਰੂ ਨੇ ਜਦੋਂ ਕਿਤੇ ਬਖਸ਼ਿਸ਼ਾਂ ਕੀਤੀਆਂ ਨੇ ਤਾਂ ਕੁੱਲੀਆਂ 'ਚ ਕੀਤੀਆਂ, ਮਹਿਲਾਂ 'ਚ ਨਹੀਂ ਕੀਤੀਆਂ। ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਬੰਗਲਾ ਸਾਹਿਬ ਦਾ ਬਣ ਗਿਆ, ਪਰ ਬੰਗਲੇ ਦੇ ਵਿੱਚ ਰਹਿਣ ਵਾਲੇ ਉਸ ਰਾਜੇ ਤੇ ਰਾਣੀ ਨੂੰ ਕੋਈ ਨਹੀਂ ਚੇਤਾ ਕਰਦਾ, ਕਿਉਂਕਿ ਗੁਰੂ ਦੇ ਚਰਨ ਪਏ ਹੋਏ ਉੱਥੇ। ਦੂਜੇ ਪਾਸੇ ਦੁਨੀਆ ਦਾ ਬਾਦਸ਼ਾਹ ਔਰੰਗਜ਼ੇਬ ਦਰ ਤੇ ਗੇੜੇ ਵੀ ਮਾਰਦਾ ਰਿਹਾ, ਦਰਵਾਜ਼ੇ ਖੜੇ ਉਡੀਕਦਾ ਵੀ ਰਿਹਾ ਵੀ ਮੇਰੇ ਕੋਲੇ ਆਉਣਗੇ, ਪਰ ਗੁਰੂ ਪਾਤਸ਼ਾਹ ਜੀ ਗਏ ਨਹੀਂ। ਇਹੀ ਫਰਕ ਹੈ। ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਭਾਗ ਲਾਉਣੇ ਨੇ, ਫਿਰ ਉਹਨੇ ਕੋਈ ਕੀਮਤ ਨਹੀਂ ਵੇਖਣੀ, ਉਹਨੇ ਤੇਰੇ ਦਿਲ ਦੀ ਕੀਮਤ ਵੇਖਣੀ ਆ ਵੀ ਤੇਰੇ ਮਨ ਵਿੱਚ ਕੀ ਹੈ। ਤੇਰੇ ਮਨ ਤੇਰਾ ਅਮੀਰ ਹੈ ਕਿ ਨਹੀਂ ਹੈ, ਦਿਲ ਤੇਰਾ ਅਮੀਰ ਹੈ ਕਿ ਨਹੀਂ ਹੈ। ਊਚ ਨੀਚ, ਜਾਤ ਪਾਤ, ਵੈਰ ਵਿਰੋਧ ਤੋਂ, ਨਿੰਦਾ ਚੁਗਲੀ ਤੋਂ ਤੂੰ ਉੱਤੇ ਹੈ, ਉੱਠਿਆ ਹੋਇਆ, ਤਾਂ ਤੈਨੂੰ ਭਾਗ ਲੱਗਣੇ ਆ। ਕੀਮਤ ਨਹੀਂ ਪਾਈ ਜਾ ਸਕਦੀ, ਕੋਈ ਲੈ ਨਹੀਂ ਸਕਦਾ ਉਸ ਨੂੰ, ਕਿਤੇ ਨਾ ਲਿਆ ਜਾਏ, ਕਿਸੇ ਵੀ ਕੀਮਤ ਦੇ ਉੱਤੇ ਪਾਇਆ ਨਹੀਂ ਜਾ ਸਕਦਾ। ਗੁਰ ਕੈ ਸ਼ਬਦ ਭੇਦਿਆ, ਇਨ ਵਿਦ ਵਸਿਆ ਮਨ ਆਏ। ਗੁਰੂ ਨੇ ਕਿਰਪਾ ਕਰ ਦਿੱਤੀ, ਸ਼ਬਦ ਦੀ ਸੋਝੀ ਬਖਸ਼ ਦਿੱਤੀ, ਸ਼ਬਦ ਦੇ ਨਾਲ ਇਸ ਮਨ ਨੂੰ ਬਿੰਨ ਦਿੱਤਾ। ਵਾਰ-ਵਾਰ ਗੁਰੂ ਪਾਤਸ਼ਾਹ ਜੀ ਨੇ ਬਾਣੀ ਵਿੱਚ ਇਹ ਬਖਸ਼ਿਸ਼ ਕੀਤੀ ਆ ਵੀ ਸ਼ਬਦ ਦੇ ਤੀਰ ਦੇ ਨਾਲ ਹੀ ਮਨ ਵਿੱਚ ਪਿਆਰ ਪੈਣਾ ਹੈ, ਮਨ ਬਿੰਨਿਆ ਜਾਣਾ ਹੈ। ਮਨ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਆਪਣੇ ਸ਼ਬਦ ਰੂਪੀ ਤੀਰਾਂ ਦੇ ਨਾਲ ਵਾਰ ਕਰਨਾ ਹੈ। ਤੇਰੀਆਂ ਔਗਣਾਂ ਨੂੰ, ਤੇਰੀਆਂ ਬੁਰਾਈਆਂ ਨੂੰ ਗੁਰੂ ਪਾਤਸ਼ਾਹ ਜੀ ਨੇ ਸ਼ਬਦ ਨਾਲ ਮਾਰਨਾ। ਇਸੇ ਕਰਕੇ ਕਿਹਾ ਗਿਆ ਭਾਈ ਸ਼ਬਦ ਨਾਲ ਜੁੜੋ, ਸ਼ਬਦ ਨਾਲ ਜੁੜੋ, ਸਰੀਰਾਂ ਦਾ ਖਹਿੜਾ ਛੱਡੀਏ, ਸ਼ਬਦ ਨਾਲ ਜੁੜ ਜਾਈਏ, ਫੇਰ ਹੀ ਪ੍ਰਵਾਨਗੀ ਹੈ। ਅਸੀਂ ਗੁਰੂ ਨੂੰ ਪਾਉਣਾ, ਅਸੀਂ ਉਸ ਪਰਮਾਤਮਾ ਨੂੰ ਪਾਉਣਾ ਜਿਹੜਾ ਮਿਲਣਾ ਹੀ ਸ਼ਬਦ ਦੇ ਨਾਲ ਹੈ। ਕਿਉਂਕਿ ਸਤ ਗੁਰੂ ਦੀ ਇਹ ਜਿਹੜੀ ਬਾਣੀ ਹੈ ਨਾ, ਇਹ ਉਹ ਸੱਚੇ ਮਾਲਕ ਦੇ ਦਰ ਤੋਂ ਹੀ ਆਈ ਹੈ। ਸਤਿਗੁਰ ਬਚਨ ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਵੇ ਗੋ। ਉਹ ਮਾਲਕ ਪਰਮਾਤਮਾ ਦੀ ਬਾਣੀ ਹੈ ਜਿਹੜੀ ਗੁਰੂ ਤੋਂ ਆਈ ਹੈ। ਅੱਗੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨਾਨਕ ਆਪ ਅਮਿਓ ਹੈ, ਗੁਰ ਕਿਰਪਾ ਤੇ ਰਹਿਆ ਸਮਾਏ। ਅਮਿਓ ਦਾ ਅਰਥ ਹੈ ਜਿਸ ਨੂੰ ਮਿਣਿਆ ਨਾ ਜਾ ਸਕੇ, ਜਿਹੜਾ ਮਿਣਤੀ ਵਿੱਚ ਨਾ ਆਵੇ। ਕਹਿੰਦੇ ਉਸ ਨੂੰ ਮਿਣਿਆ ਨਹੀਂ ਜਾ ਸਕਦਾ, ਉਹ ਅਮਿਓ ਹੈ, ਬਸ ਗੁਰੂ ਕਿਰਪਾ ਦੇ ਦੁਆਰਾ ਹੀ ਉਸ ਦੇ ਵਿੱਚ ਸਮਾਇਆ ਜਾ ਸਕਦਾ ਹੈ। ਗੁਰ ਕਿਰਪਾ ਤੇ ਰਹਿਆ ਸਮਾਏ, ਆਪੇ ਮਿਲਿਆ ਮਿਲ ਰਹਿਆ, ਆਪੇ ਮਿਲਿਆ ਆਈ। ਉਹ ਗੁਰੂ ਨੇ ਕਿਰਪਾ ਕਰ ਦੇਣੀ ਹੈ, ਜਦੋਂ ਅਸੀਂ ਉਸ ਨਾਲ ਮਿਲ ਗਏ ਉਹਨੇ ਸਾਨੂੰ ਮਿਲ ਪੈਣਾ ਹੈ। ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਅੱਗੇ ਫਿਰ ਮਹਲਾ ਤੀਜਾ ਸ਼ਲੋਕ। ਇਹ ਮਨ ਇਹ ਧਨ ਨਾਮ ਹੈ, ਇਹ ਮਨ ਤੇ ਇਹ ਧਨ ਹੈ ਜਿਹੜਾ ਨਾਮ ਹੈ। ਜਿਤ ਸਦਾ ਸਦਾ ਸੁਖ ਹੋਏ, ਜਿਸ ਦੇ ਨਾਲ ਹਮੇਸ਼ਾ ਸੁੱਖ ਹੋ ਜਾਂਦਾ ਹੈ। ਟੋਟਾ ਮੂਲ ਨਾ ਆਵਈ, ਕੋਈ ਵੀ ਤੋਟ ਨਹੀਂ ਆਉਂਦੀ। ਲਾਹਾ ਸਦ ਹੀ ਹੋਏ, ਮੂਲ ਦੇ ਵਿੱਚ ਕੋਈ ਤੋਟ ਨਹੀਂ ਆਉਂਦੀ। ਮੂਲ ਕਹਿੰਦੇ ਨੇ ਜਿਹੜਾ ਸਹੀ ਰਕਮ ਹੁੰਦੀ ਹੈ, ਅਸਲ ਰਕਮ ਹੁੰਦੀ ਹੈ, ਉਹਦੇ ਵਿੱਚ ਤੋਟ ਨਹੀਂ ਆਉਂਦੀ, ਕੋਈ ਸਵਾਸਾਂ ਦੇ ਵਿੱਚ ਤੋਟ ਨਹੀਂ ਆਵੇਗੀ। ਲਾਹਾ ਸਦ ਹੀ ਹੋਏ, ਹਰੇਕ ਸਾਸ ਨਾਲ ਫਿਰ ਲਾਹਾ ਪ੍ਰਾਪਤ ਹੋਵੇਗਾ। ਖਾਧਾ ਖਰਚੇ ਤੋਟ ਨਾ ਆਵੀ। ਇਸ ਗਿਆਨ ਨੂੰ ਆਪ ਖਾਣ ਦੇ ਨਾਲ ਤੇ ਹੋਰਾਂ ਨੂੰ ਖਵਾਉਣ ਦੇ ਨਾਲ ਕਦੇ ਮੁੱਕੇਗਾ ਨਹੀਂ, ਇਹ ਵਧੇਗਾ। ਸਦਾ ਸਦਾ ਉਹ ਦੇ, ਉਹ ਹਮੇਸ਼ਾ ਦਿੰਦਾ ਦੇ, ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾਂ ਜੁਗੰਤਰ ਖਾਹੀ ਖਾਹੇ। ਉਹ ਮਾਲਕ ਦਿੰਦਾ ਦੇ ਹੈ। ਸੈਂਸਾ ਮੂਲ ਨਾ ਹੋਵਈ, ਹਾਨਤ ਕਦੇ ਨਾ ਹੋਏ। ਕਹਿੰਦੇ ਸੰਸਾ ਕਦੇ ਵੀ ਤੇਰੇ ਜੀਵਨ ਵਿੱਚ ਪੈਦਾ ਨਹੀਂ ਹੋਵੇਗਾ, ਹਾਨਤ ਹਾਨੀ ਕਦੇ ਨਹੀਂ ਹੋਵੇਗੀ। ਨਾਨਕ ਗੁਰਮੁਖ ਪਾਈਐ, ਜਾ ਕੋ ਨਦਰ ਕਰੇ। ਕਹਿੰਦੇ ਇਹ ਨਾਨਕ ਗੁਰੂ ਦੇ ਵੱਲ ਮੁਖ ਕੀਤਿਆਂ ਹੀ ਉਸ ਮਾਲਕ ਨੂੰ ਪਾਇਆ ਜਾ ਸਕਦਾ ਹੈ, ਜਿਸ ਉੱਤੇ ਸਤਿਗੁਰੂ ਦੀ ਨਜ਼ਰ ਹੋ ਗਈ, ਮਿਹਰ ਹੋ ਗਈ। ਫਿਰ ਅੱਗੇ ਪੌੜੀ। ਆਪੇ ਸਭ ਘਟ ਅੰਦਰੇ, ਆਪੇ ਹੀ ਬਾਹਰ, ਆਪੇ ਗੁਪਤ ਵਰਤਦਾ, ਆਪੇ ਹੀ ਜ਼ਾਹਰ। ਆਪ ਹੀ ਉਹ ਗੁਪਤ ਹੈ, ਆਪ ਹੀ ਜ਼ਾਹਰ ਹੈ। ਜੁਗ ਛਤੀ ਗੁਬਾਰ ਕਰ, ਵਰਤਿਆ ਸੁਨਾਹਰ। ਉਹ ਆਪ ਹੀ ਸਾਰਾ ਕੁਝ ਪੈਦਾ ਕਰਕੇ ਇਹਦੇ ਵਿੱਚ ਸਮਾਇਆ ਹੋਇਆ ਹੈ। ਉੱਥੇ ਵੇਦ ਪੁਰਾਣ ਨਾ ਸਾਸਤਾ, ਆਪੇ ਨਰਹਰ। ਉੱਥੇ ਕੋਈ ਵੀ ਕਿਸੇ ਕਿਸਮ ਦੇ ਵੇਦ ਮੰਤਰ ਸ਼ਾਸਤਰ ਨਹੀਂ, ਉਹ ਆਪ ਹੀ ਆਪ ਹੈ। ਬੈਠਾ ਤਾੜੀ ਲਾਏ,
ਆਪ ਸਭ ਨੂੰ ਹੀ ਬਾਹਰ। ਉਹ ਆਪ ਹੀ ਤਾੜੀ ਲਾ ਕੇ ਬੈਠਾ, ਆਪ ਹੀ ਉਸ ਤੋਂ ਬਾਹਰ ਵੀ ਆ, ਨਿਰਗੁਣ ਵੀ ਆ, ਸਰਗੁਣ ਵੀ ਆ, ਦੋਨੇ ਰੂਪਾਂ ਦੇ ਵਿੱਚ ਹੈ। ਆਪਣੀ ਮਿੱਤ ਆਪ ਜਾਣਦਾ, ਆਪੇ ਹੀ ਗੌਹਰ। ਉਹ ਆਪਣੀ ਮਿੱਤ ਹੈ ਜਿਹੜੀ ਆਪ ਹੀ ਜਾਣਦਾ, ਅਤੇ ਆਪੇ ਹੀ ਉਹ ਗੌਹਰ ਹੈ, ਡੂੰਘਾ ਸਮੁੰਦਰ ਹੈ, ਜਿਸ ਦੇ ਵਿੱਚ ਅਸੀਂ ਉਤਰ ਕੇ ਆਪਣਾ ਜੀਵਨ ਹੈ ਜਿਹੜਾ ਸਫਲਾ ਕਰ ਸਕਦੇ ਹਾਂ। ਫਿਰ ਹੀ ਸਤਿਗੁਰੂ ਸਾਨੂੰ ਪ੍ਰਵਾਨ ਕਰਨਗੇ। ਆਪਾਂ ਵੀ ਇਹ ਕੋਸ਼ਿਸ਼ ਕਰੀਏ ਕਿ ਸਤਿਗੁਰੂ ਦੇ ਚਰਨਾਂ ਦੇ ਵਿੱਚ ਜੁੜ ਕੇ ਆਪਣਾ ਜੀਵਨ ਸਫਲ ਕਰ ਲਈਏ। ਫਿਰ ਹੀ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਤਿਗੁਰੂ ਰਹਿਮਤ ਕਰਨ। ਸਭਨਾਂ ਦੀਆਂ ਹਾਜ਼ਰੀਆਂ ਤਿਲ ਫੁਲ ਭਟਾਵਾਂ ਸਤਿਗੁਰੂ ਦਰ